सत श्री अकाल दोस्तों, वेलकम इन आ यूट्यूब चैनल इन्वेस्ट इन नॉलेज। मैं हाँ गुरप्रीत सिंह मांगट, UGC नेट PTET CTET क्वालिफाइड। नाउ आई एम वर्किंग एज एन असिस्टेंट प्रोफैसर इन पोलिटिकल साइंस। ਅਸੀਂ ਇੱਥੇ ਜੋ ਟੌਪਿਕ ਡਿਸਕਸ ਕਰ ਰਹੇ ਹਾਂ ਵੈਦਿਕ ਪੀਰੀਅਡ, ਇਹ ਤੁਹਾਡੇ ਸਾਰਿਆਂ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ। ਜੋ ਵੀ ਸਟੂਡੈਂਟਸ ਸਟੱਡੀ ਕਰ ਰਹੇ ਹਨ UGC ਨੈਟ ਦੇ ਲਈ, ਟੈਟ ਦੇ ਲਈ ਜਾਂ CTET ਦੇ ਲਈ, ਈਵਨ ਜੋ ਵੀ ਸਟੂਡੈਂਟਸ BA ਜਾਂ MA ਦੇ ਵਿੱਚ ਪੜ੍ਹ ਰਹੇ ਹਨ ਉਹਨਾਂ ਦੇ ਲਈ ਵੀ ਇਹ ਕਾਫੀ ਇੰਪੋਰਟੈਂਟ ਰਹਿਣ ਵਾਲਾ। ਸਪੈਸ਼ਲੀ ਜੋ ਸਟੂਡੈਂਟਸ ਪੰਜਾਬ ਦੇ ਵਿੱਚ ਮਾਸਟਰ ਕੇਡਰ ਦੀ ਸਟੱਡੀ ਕਰ ਰਹੇ ਹਨ, ਉਹਨਾਂ ਦੀ ਪ੍ਰੈਪਰੇਸ਼ਨ ਕਰ ਰਹੇ ਹਨ, ਉਹਨਾਂ ਦੇ ਲਈ ਤਾਂ ਇਹ ਟੌਪਿਕ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਉੱਤੇ ਕਿਹੜੇ ਕੋਰਸਿਸ ਕਰਵਾਏ ਜਾ ਰਹੇ ਹਨ। ਜਿਵੇਂ ਤੁਹਾਡਾ ਰਿਸਪੌਂਸ ਮਿਲਦਾ ਜਾਵੇਗਾ ਉਵੇਂ ਅਸੀਂ ਨਵੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਅਸੀਂ ਅੱਜ ਦੀ ਵੀਡੀਓ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਬਿਨਾਂ ਟਾਈਮ ਵੇਸਟ ਕੀਤਿਆਂ ਅਸੀਂ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਟੌਪਿਕ, ਜੋ ਹੈ ਪੋਲੀਟੀਕਲ ਲਾਈਫ ਆਫ ਰਿਗਵੈਦਿਕ ਸਿਵਲਾਈਜੇਸ਼ਨ। ਹੁਣ ਅਸੀਂ ਪਿਛਲੇ ਪਿਛਲੀਆਂ ਵੀਡੀਓਜ਼ ਦੇ ਵਿੱਚ ਅਸੀਂ ਕਾਫੀ ਕੁਝ ਕਵਰ ਕਰ ਚੁੱਕੇ ਸੀਗੇ। ਜਿਵੇਂ ਜੋ ਵੀ ਆਰੀਅਨਸ ਨੇ ਉਹ ਕਿੱਥੋਂ ਆਏ ਸੀਗੇ, ਉਹਨਾਂ ਦੇ ਆਉਣ ਸੰਬੰਧੀ ਕਿਹੜੀਆਂ ਥੇਰੀਜ਼ ਨੇ ਜਿਹੜੀਆਂ, ਉਹਨਾਂ ਦੇ ਬਾਰੇ ਗੱਲ ਕੀਤੀ ਸੀਗੀ ਆਪਾਂ। ਉਸ ਤੋਂ ਇਲਾਵਾ ਅਸੀਂ ਇਹ ਵੀ ਦੇਖਿਆ ਸੀਗਾ ਕਿ ਕਿਹੜੀ ਸਭ ਤੋਂ ਸੂਟੇਬਲ ਥੇਰੀ ਆ, ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਮੈਕਸ ਮੂਲਰ ਜੋ ਕਹਿ ਰਿਹਾ ਆ ਕਿ ਮਿਡਲ ਈਸਟ ਏਸ਼ੀਆ ਤੋਂ ਆਏ ਸੀਗੇ, ਉਹ ਸਭ ਤੋਂ ਜ਼ਿਆਦਾ ਪ੍ਰਮਾਣਿਤ ਥੇਰੀ ਮੰਨੀ ਜਾਂਦੀ ਆ। ਉਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਉਹ ਕਿਹੜੇ ਪਾਸਿਓਂ ਆਏ ਸੀਗੇ, ਸਭ ਤੋਂ ਪਹਿਲਾਂ ਕਿੱਥੇ ਸੈਟਲਡ ਹੋਏ ਸੀਗੇ, ਆਫਟਰ ਦੈਟ ਉਹ ਕਿਸ ਤਰੀਕੇ ਨਾਲ ਅੱਗੇ ਮੂਵ ਕਰਦੇ ਚਲੇ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਜੋ ਰਿਗਵੈਦਿਕ ਲਿਟਰੇਚਰ ਸੀਗਾ ਉਹਦੇ ਬਾਰੇ ਵੀ ਸਟੱਡੀ ਕਰ ਲਈ ਸੀਗੀ। ਹੁਣ ਅਸੀਂ ਉਹਨਾਂ ਦੀ ਲਾਈਫ ਦੇ ਡਿਫਰੈਂਟ ਆਸਪੈਕਟਸ ਦੇਖਾਂਗੇ ਕਿ ਉਹਨਾਂ ਦਾ ਜੀਵਨ ਕਿਸ ਤਰੀਕੇ ਦਾ ਸੀਗਾ। ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਆ, ਜੋ ਵੀ ਸਾਨੂੰ ਉਸ ਸਮੇਂ ਦੇ ਗ੍ਰੰਥ ਮਿਲਦੇ ਨੇ ਜਾਂ ਰਿਗਵੈਦਿਕ ਲਿਟਰੇਚਰ ਮਿਲਦਾ ਆ, ਸਾਨੂੰ ਉਹਦੇ ਤੋਂ ਆਈਡੀਆ ਮਿਲਦਾ ਆ ਕਿ ਉਹਨਾਂ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ ਜਾਂ ਅਦਰ ਆਸਪੈਕਟਸ ਆਫ ਦੇਅਰ ਲਾਈਫ ਕਿਸ ਤਰੀਕੇ ਦੇ ਨਾਲ ਉਹ ਬਿਹੇਵ ਕਰਦੇ ਹੋਣਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਅਸੀਂ ਡਿਸਕਸ ਕਰਨੀ ਆ ਉਹ ਹੈਗੀ ਆ ਸਾਡੀ ਪੋਲੀਟੀਕਲ ਜਿਹੜਾ ਆਸਪੈਕਟ ਆਫ ਦੇਅਰ ਲਾਈਫ ਆ। ਹੁਣ ਸਭ ਤੋਂ ਪਹਿਲੇ ਨੰਬਰ 'ਤੇ ਅਸੀਂ ਗੱਲ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਸਟਰਕਚਰ ਦੇ ਬਾਰੇ। ਠੀਕ ਆ। ਤਾਂ ਸਭ ਤੋਂ ਉਸ ਪੋਲੀਟੀਕਲ ਸਿਸਟਮ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਪਰਿਵਾਰ ਦੀ ਸਭ ਤੋਂ ਛੋਟੀ ਇਕਾਈ, ਜਿਵੇਂ ਅੱਜ ਵੀ ਅਸੀਂ ਫੈਮਿਲੀ ਨੂੰ ਮੰਨਦੇ ਹਾਂ, ਫੈਮਿਲੀ ਹੁੰਦੀ ਆ, ਫੈਮਿਲੀ ਤੋਂ ਬਾਅਦ ਦੇ ਵਿੱਚ ਇੱਕ ਵਿਲੇਜ ਬਣਦਾ ਆ, ਵਿਲੇਜ ਤੋਂ ਬਾਅਦ ਦੇ ਵਿੱਚ ਇੱਕ ਟਰਾਈਬ ਬਣਦੀ ਆ, ਟਰਾਈਬ ਤੋਂ ਬਾਅਦ ਦੇ ਵਿੱਚ ਇੱਕ ਸਟੇਟ ਬਣਦੀ ਆ, ਸੁਸਾਇਟੀ ਬਣਦੀ ਆ, ਅਤੇ ਸੁਸਾਇਟੀ ਤੋਂ ਬਾਅਦ ਦੇ ਵਿੱਚ ਸਟੇਟ ਨਿਰਮਿਤ ਹੁੰਦਾ ਆ। ਤਾਂ ਉਸੇ ਤਰੀਕੇ ਦਾ ਕੁਛ ਤਾਣਾ ਬਾਣਾ ਸਾਨੂੰ ਰਿਗਵੈਦਿਕ ਸਿਵਲਾਈਜੇਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਦਾ। ਸਭ ਤੋਂ ਹੇਠਲੇ ਲੈਵਲ ਦੇ ਉੱਤੇ ਫੈਮਿਲੀ ਸੀ, ਅਤੇ ਫੈਮਿਲੀ ਦਾ ਮੁਖੀਆ ਕੌਣ ਹੁੰਦਾ ਸੀਗਾ? ਜੋ ਵੀ ਉਸ ਘਰ ਦਾ ਸਭ ਤੋਂ ਬਜ਼ੁਰਗ ਮਰਦ ਹੁੰਦਾ ਸੀਗਾ, ਉਹਨੂੰ ਜਾਂ ਮੇਲ ਕਹਿ ਲਓ, ਉਹਨੂੰ ਅਸੀਂ ਕੀ ਆ, ਉਹ ਫੈਮਿਲੀ ਦਾ ਕੁਲਪਤੀ ਜਾਂ ਗ੍ਰਹਿਪਤੀ ਆਪਾਂ ਉਹਨੂੰ ਕੀ ਆ ਕਹਿ ਦਿੰਦੇ ਸੀਗੇ ਉਹ ਲੋਕ। ਅਤੇ ਇਸ ਕੁਲਪਤੀ ਜਾਂ ਗ੍ਰਹਿਪਤੀ ਦੇ ਅੰਡਰ ਹੀ ਉਹਦੇ ਆਰਡਰਸ ਨੂੰ ਸਾਰੇ ਲੋਕ ਕੀ ਆ ਫੋਲੋ ਕਰਦੇ ਸੀ। ਮਤਲਬ ਇੱਕ ਫੈਮਿਲੀ ਆ, ਇੱਕ ਫੈਮਿਲੀ ਦੇ ਅੰਡਰ ਮੰਨ ਲਓ 15 ਮੈਂਬਰ ਰਹਿ ਰਹੇ ਨੇ। ਇਹਨਾਂ 15 ਮੈਂਬਰਸ ਦੇ ਵਿੱਚੋਂ ਸਭ ਤੋਂ ਜਿਹੜਾ ਐਲਡਰ, ਸਭ ਤੋਂ ਵੱਡਾ ਜਿਹੜਾ ਮੇਲ ਹੋਊਗਾ, ਉਹ ਇਹਨਾਂ 15 ਲੋਕਾਂ ਨੂੰ ਕੀ ਕਰੂਗਾ? ਡੋਮੀਨੇਟ ਕਰੂਗਾ, ਕੰਟਰੋਲ ਕਰੂਗਾ, ਅਤੇ ਇਹਨਾਂ 15 ਲੋਕਾਂ ਨੂੰ ਉਹਨਾਂ ਦੇ ਕਹਿਣੇ ਨੂੰ ਮੰਨਣਾ ਪਊਗਾ। ਉਸ ਤੋਂ ਅਗਲੀ ਕੁਛ ਕੁ ਫੈਮਲੀਜ਼ ਮਿਲ ਕੇ ਕੀ ਬਣਾਉਂਦੀਆਂ ਸੀਗੀਆਂ? ਵਿਲੇਜ ਬਣਾਉਂਦੀਆਂ ਸੀ। ਅਤੇ ਵਿਲੇਜ ਦਾ ਪ੍ਰਬੰਧ ਜਾਂ ਐਡਮਿਨਿਸਟ੍ਰੇਸ਼ਨ ਕੌਣ ਦੇਖਦਾ ਸੀ? ਗ੍ਰਾਮੀਣੀ ਦੇਖਦਾ ਸੀਗਾ। ਠੀਕ ਆ। ਇਹਨੂੰ ਥੋੜ੍ਹਾ ਠੀਕ ਕਰ ਲਿਓ, ਗ੍ਰਾਮੀਣੀ ਆ ਆਈ ਪੈਣਾ ਐਂਡ ਦੇ ਵਿੱਚ। ਅਤੇ ਗ੍ਰਾਮੀਣੀ ਜਿਵੇਂ ਅੱਜ ਦਾ ਸਾਡਾ ਪੰਚ ਸਰਪੰਚ ਹੁੰਦੇ ਨੇ, ਉਸੇ ਤਰੀਕੇ ਦੀ ਕੁਛ ਕੁ ਵਿਵਸਥਾ ਕਹਿ ਲਓ ਕਿ ਗ੍ਰਾਮੀਣੀ ਦੇ ਵੀ ਅਧਿਕਾਰ ਉਸੇ ਤਰੀਕੇ ਦੇ ਹੋਣਗੇ। ਹੁਣ ਕੁਛ ਕੁ ਪਿੰਡਾਂ ਨੂੰ ਮਿਲਾ ਕੇ ਜਿਵੇਂ ਸਾਡੇ ਇੱਥੇ ਜ਼ਿਲ੍ਹਾ ਬਣ ਜਾਂਦਾ ਆ, ਉਸੇ ਤਰੀਕੇ ਨਾਲ ਉੱਥੇ ਬਣ ਰਿਹਾ ਸੀ ਵਿਸ਼। ਅਤੇ ਵਿਸ਼ ਨੂੰ ਕੰਟਰੋਲ ਕੌਣ ਕਰਦਾ ਸੀਗਾ? ਵਿਸ਼ਪਤੀ। ਜਿਵੇਂ ਅੱਜ ਦੇ ਟਾਈਮ ਦੇ ਵਿੱਚ ਇੱਕ ਜ਼ਿਲ੍ਹੇ ਨੂੰ ਇੱਕ ਜਿਹੜਾ ਕਹਿ ਲਓ ਵੀ ਕਰਦਾ ਆ, ਕੰਟਰੋਲ ਕਰਦਾ, ਮੇਅਰ ਕਰਦਾ ਆ, ਉਸੇ ਤਰੀਕੇ ਦੀ ਕੁਛ ਸਥਿਤੀ ਕੀ ਆ ਵਿਸ਼ਪਤੀ ਦੀ ਹੁੰਦੀ ਹੋਏਗੀ, ਹੈ ਨਾ। ਉਸ ਤੋਂ ਨੈਕਸਟ ਹੁਣ ਕੁਛ ਕੁ ਜ਼ਿਲ੍ਹਿਆਂ ਨੂੰ ਬਣਾ ਕੇ ਕੀ ਬਣਦਾ ਸੀ? ਜਨ ਬਣਦਾ ਸੀ, ਜਨ। ਠੀਕ ਆ। ਤਾਂ ਜਨ ਦਾ ਮੇਨਲੀ ਕੰਟਰੋਲ ਕੌਣ ਦੇਖਦਾ ਸੀ? ਰਾਜਨ ਜਾਂ ਕਿੰਗ। ਤਾਂ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਫੈਮਿਲੀ, ਉਸ ਤੋਂ ਵੱਡੀ ਹੁੰਦਾ ਸੀਗਾ ਵਿਲੇਜ, ਫਿਰ ਵਿਸ਼ ਅਤੇ ਫਿਰ ਜਨ। ਅਤੇ ਇਸੇ ਤਰੀਕੇ ਨਾਲ ਕੀ ਆ ਕੰਟਰੋਲ ਵੱਧਦਾ ਚਲਿਆ ਜਾਂਦਾ ਸੀਗਾ। ਠੀਕ ਆ ਜੀ।
ਤਾਂ ਇਹ ਕੁਛ ਕੁ ਐਡਮਿਨਿਸਟ੍ਰੇਸ਼ਨ ਸੈਟਅਪ ਸੀਗਾ। ਸਭ ਤੋਂ ਛੋਟੀ ਫੈਮਿਲੀ ਨੂੰ ਕੰਟਰੋਲ ਕਰ ਰਿਹਾ ਕੁਲਪਤੀ, ਫਿਰ ਉਸ ਤੋਂ ਬਾਅਦ ਵਿਲੇਜ ਨੂੰ ਕੰਟਰੋਲ ਕਰ ਰਿਹਾ ਗ੍ਰਾਮੀਣ ਤੋਂ ਬਾਅਦ ਵਿਸ਼ ਨੂੰ ਕੰਟਰੋਲ ਕਰ ਰਿਹਾ ਵਿਸ਼ਪਤੀ, ਅਤੇ ਉਸ ਤੋਂ ਬਾਅਦ ਜਨ ਮਤਲਬ ਸਾਰਾ ਜਿਵੇਂ ਕਿੰਗਡਮ ਆਪਾਂ ਕਹਿ ਲਓ, ਅਤੇ ਉਸ ਕਿੰਗਡਮ ਨੂੰ ਕੰਟਰੋਲ ਕੌਣ ਕਰ ਰਿਹਾ ਸੀਗਾ, ਰਾਜਾ ਜਾਂ ਰਾਜਨ ਜਾਂ ਕਿੰਗ ਜਿਹਨੂੰ ਕਹਿ ਦਿੱਤਾ ਜਾਂਦਾ। ਠੀਕ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਬਲੀ ਕੀ ਹੁੰਦਾ ਸੀਗਾ ਵੀ ਉਸ ਟਾਈਮ ਜਿਹੜਾ ਰਿਗਵੈਦਿਕ ਪੀਰੀਅਡ ਸੀਗਾ ਉਸ ਟਾਈਮ ਕਿਸੇ ਤਰੀਕੇ ਦਾ ਟੈਕਸ ਨਹੀਂ ਸੀ ਲਿਆ ਜਾਂਦਾ। ਮਤਲਬ ਸਾਨੂੰ ਕਿਸੇ ਟੈਕਸ ਦੇ ਬਾਰੇ ਨਹੀਂ ਪਤਾ ਲੱਗਦਾ ਵੀ ਕਿਸੇ ਤਰੀਕੇ ਦਾ ਕੋਈ ਲੈਂਡ ਰੈਵਨਿਊ ਜਾਂ ਕੁਛ ਵੀ ਚੀਜ਼ਾਂ ਲਈਆਂ ਜਾਂਦੀਆਂ। ਹੁਣ ਰਾਜਾ ਜੋ ਸਿਰਫ ਅਸੈਪਟ ਕਰਦਾ ਸੀ ਉਹ ਹੁੰਦੇ ਸੀ ਜਸਟ ਗਿਫਟ, ਉਹਦੀ ਪ੍ਰਜਾ ਵੱਲੋਂ ਵੀ ਹੋ ਸਕਦੇ ਸੀ, ਕਿਸੇ ਦੂਸਰੇ ਕਿੰਗਸ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਹੋ ਸਕਦੇ ਸੀ। ਤਾਂ ਉਹਨਾਂ ਗਿਫਟਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਬਲੀ। ਜੇ ਹੁਣ ਕੁਐਸਚਨ ਆ ਜਾਂਦਾ ਆ ਕਿ ਰਿਗਵੈਦਿਕ ਪੀਰੀਅਡ ਦੇ ਵਿੱਚ ਜਾਂ ਵੈਦਿਕ ਪੀਰੀਅਡ ਦੇ ਵਿੱਚ ਬਲੀ ਤੋਂ ਕੀ ਭਾਵ ਆ, ਤਾਂ ਮਤਲਬ ਸੀਗਾ ਜੋ ਗਿਫਟਸ ਰਿਸੀਵ ਕੀਤੇ ਜਾ ਰਹੇ ਨੇ ਕਿਹਦੇ ਵੱਲੋਂ, ਕਿੰਗ ਦੇ ਵੱਲੋਂ। ਠੀਕ ਆ। ਬਟ ਜੇ ਇਹੀ ਚੀਜ਼ ਉਹ ਪੁੱਛ ਲੈਣਗੇ ਕਿ ਬਲੀ ਪੋਸਟ ਵੈਦਿਕ ਪੀਰੀਅਡ ਦੇ ਵਿੱਚ ਬਲੀ ਦਾ ਕੀ ਮਤਲਬ ਆ, ਤਾਂ ਦੈਨ ਉੱਥੇ ਇਹਦਾ ਮਤਲਬ ਟੈਕਸ ਹੋ ਜਾਊਗਾ। ਠੀਕ ਆ। ਤਾਂ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰਕੇ ਚੱਲਣਾ ਆ। ਉਸ ਤੋਂ ਨੈਕਸਟ ਜਿਹੜੀ ਚੀਜ਼ ਆਪਾਂ ਕਹਿ ਲਓ, ਜੋ ਹੁਣ ਕਿੰਗ ਆ, ਰਾਜਾ ਆ, ਰਾਜੇ ਦਾ ਜਿਹੜਾ ਅਹੁਦਾ ਹੁੰਦਾ ਸੀ ਉਹ ਕੀ ਹੁੰਦਾ ਸੀ, ਹੈਰੀਡਿਟਰੀ ਹੁੰਦਾ ਸੀ। ਮਤਲਬ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਸੀ। ਜੋ ਵੀ ਰਾਜੇ ਦਾ ਵੱਡੀ ਸੰਤਾਨ ਹੁੰਦੀ ਸੀ ਉਹਨੂੰ ਕੀ ਆ ਨੋਰਮਲੀ ਰਾਜਾ ਬਣਾ ਦਿੱਤਾ ਜਾਂਦਾ ਸੀਗਾ। ਅਤੇ ਉਹਦਾ ਮੇਨ ਕੰਮ ਕੀ ਹੁੰਦਾ ਸੀਗਾ ਕਿ ਜੋ ਵੀ ਉਹਦੇ ਮਤਲਬ ਜਨ ਦੇ ਵਿੱਚ ਜਿਹੜੇ ਉਹਦੇ ਮਤਲਬ ਜਿਹੜੀ ਉਹਦੀ ਕਿੰਗਡਮ ਆ ਉਹਦੇ ਵਿੱਚ ਹਰ ਤਰੀਕੇ ਦੇ ਜੋ ਵੀ ਕ੍ਰਾਈਮਸ ਹੋ ਰਹੇ ਨੇ ਉਹਨਾਂ ਕ੍ਰਾਈਮਸ ਨੂੰ ਰੋਕ ਕੇ ਉੱਥੇ ਸ਼ਾਂਤੀ ਵਿਵਸਥਾ ਕਾਇਮ ਕਰੇ। ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਆ ਇਹਨਾਂ ਚੀਜ਼ਾਂ ਨੂੰ ਮਤਲਬ ਉਹ ਕਿ ਉੱਥੇ ਖੁਸ਼ਹਾਲੀ ਲੈ ਕੇ ਆਵੇ। ਠੀਕ ਆ। ਅਤੇ ਮੇਨਲੀ ਜੇ ਉੱਥੇ ਕੋਈ ਡਿਸਪਿਊਟ ਹੁੰਦਾ ਆ ਤਾਂ ਡਿਸਪਿਊਟ ਨੂੰ ਲੈ ਕੇ ਵੀ ਕੀ ਆ ਮੇਨ ਜਿਹੜਾ ਜੱਜ ਦੀ ਭੂਮਿਕਾ ਵੀ ਕੌਣ ਅਦਾ ਕਰਦਾ ਸੀਗਾ, ਉਹ ਵੀ ਕੀ ਆ ਕਿੰਗ ਹੀ ਅਦਾ ਕਰਦਾ ਸੀਗਾ। ਅਤੇ ਇਸ ਸਾਰੇ ਸਿਸਟਮ ਨੂੰ ਲੈ ਕੇ ਉਹਨੇ ਕੀ ਆਪਣੇ ਜਾਸੂਸ ਰੱਖੇ ਹੁੰਦੇ ਸੀ ਜੋ ਉਹਨੂੰ ਕੀ ਆ ਪਲ ਦੀ ਖਬਰ ਲਿਆ ਕੇ ਦਿੰਦੇ ਸੀਗੇ ਕਿ ਉਹਦੇ ਅੰਡਰ ਜਿਹੜਾ ਏਰੀਏ ਦੇ ਵਿੱਚ ਕੀ ਚੀਜ਼ਾਂ ਹੋ ਰਹੀਆਂ ਨੇ। ਤਾਂ ਮੇਨਲੀ ਕੀ ਆ ਰਾਜਨ ਦਾ ਮੇਨ ਕਰਤੱਵ ਮੰਨਿਆ ਜਾਂਦਾ ਸੀ, ਉਹਨੇ ਲੋਕਾਂ ਦੀ ਕੀ ਆ ਭਲਾਈ ਕਰਨੀ ਆ। ਅਤੇ ਆਮ ਤੌਰ 'ਤੇ ਜਿਹੜਾ ਵੱਡਾ ਮੁੰਡਾ ਹੁੰਦਾ ਸੀਗਾ, ਵੱਡਾ ਬੇਟਾ ਹੁੰਦਾ ਸੀ ਰਾਜੇ ਦਾ, ਉਹੀ ਕੀ ਆ ਗੱਦੀ ਦੇ ਉੱਤੇ ਬੈਠਦਾ ਸੀ। ਅਤੇ ਉਹ ਕਿਸੇ ਵੀ ਤਰੀਕੇ ਦੇ ਮਤਲਬ ਉਹ ਡਿਸਪੋਟਿਕ ਨਹੀਂ ਸੀ ਹੁੰਦੇ, ਮਤਲਬ ਉਹ ਤਾਨਾਸ਼ਾਹ ਨਹੀਂ ਸੀ ਹੁੰਦੇ। ਉਹ ਕੀ ਆ ਲੋਕਾਂ ਦੀ ਰਾਏ ਦੇ ਅਨੁਸਾਰ ਹੀ ਕੰਮ ਕਰਦੇ ਸੀ, ਲੋਕਾਂ ਦੀ ਮਤਲਬ ਕੀ ਆ ਉਹਨਾਂ ਦੇ ਅਕੋਰਡਿੰਗ ਹੀ। ਅਤੇ ਜੇ ਉਹ ਲੋਕਾਂ ਦੇ ਅਕੋਰਡਿੰਗ ਸਹੀ ਕੰਮ ਨਹੀਂ ਸੀ ਕਰਦੇ ਤਾਂ ਲੋਕਾਂ ਨੂੰ ਪੂਰਾ ਅਧਿਕਾਰ ਹੁੰਦਾ ਸੀ ਰਾਜੇ ਨੂੰ ਉਹਦੀਆਂ ਡਿਊਟੀਜ਼ ਤੋਂ ਕੀ ਆ ਮੁਕਤ ਕਰਨ ਦੇਣ ਦਾ, ਉਹਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦੇਣ ਦਾ। ਠੀਕ ਆ। ਤਾਂ ਨੈਕਸਟ ਜਿਹੜੀ ਚੀਜ਼ ਆ ਜਾਂਦੀ ਆ ਦਾ ਮਿਨਿਸਟਰਸ। ਠੀਕ ਆ। ਤਾਂ ਮਿਨਿਸਟਰਸ ਜਿਹੜੇ ਸੀਗੇ ਮਤਲਬ ਰਾਜੇ ਦੀ ਹੈਲਪ ਦੇ ਲਈ ਕੁਛ ਕੁ ਮਿਨਿਸਟਰ ਜਿਵੇਂ ਅੱਜ ਵੀ ਹੁੰਦੇ ਨੇ, ਕੁਛ ਕੁ ਮਿਨਿਸਟਰਸ ਦਾ ਜ਼ਿਕਰ ਆਉਂਦਾ ਆ ਜਿਹਦੇ ਵਿੱਚ ਪੁਰੋਹਿਤ ਆ ਜਾਂਦਾ ਆ। ਪੁਰੋਹਿਤ ਜਿਹੜਾ ਆ, ਪੁਰੋਹਿਤ ਦਾ ਬੇਸਿਕਲੀ ਕੀ ਕੰਮ ਹੁੰਦਾ ਆ, ਜੋ ਮਤਲਬ ਧਾਰਮਿਕ ਕੰਮ ਨੇ, ਜਿਹੜੇ ਰਿਲੀਜੀਅਸ ਕੰਮ ਨੇ, ਮਤਲਬ ਅਨੁਸ਼ਠਾਨ ਕਰਨਾ ਆ, ਕੋਈ ਧਾਰਮਿਕ ਮਸਲੇ ਹੱਲ ਕਰਨੇ ਨੇ, ਹੈ ਨਾ। ਤਾਂ ਉਹ ਮਤਲਬ ਜਿਵੇਂ ਜੇ ਯੁੱਧ ਹੋ ਰਿਹਾ, ਲੜਾਈ ਹੋ ਰਹੀ ਆ, ਤਾਂ ਦੈਨ ਉਹਦੇ ਵਿੱਚ ਕੀ ਆ ਉਹਦੀਆਂ ਮਤਲਬ ਅਰਦਾਸ ਕਰੂਗਾ ਉਹਨਾਂ ਦੇ ਜਿੱਤਣ ਦੇ ਲਈ। ਤਾਂ ਇਹ ਪੁਰੋਹਿਤ ਦੇ ਮਤਲਬ ਕੰਮ ਹੁੰਦੇ ਸੀਗੇ। ਅਤੇ ਉਸ ਤੋਂ ਬਾਅਦ ਹੁਣ ਰਿਗਵੈਦ ਦੇ ਵਿੱਚ ਦੋ ਮੇਨਲੀ ਜਿਹੜੇ ਪੁਰੋਹਿਤ ਨੇ ਉਹਨਾਂ ਦੇ ਬਾਰੇ ਜ਼ਿਕਰ ਆਉਂਦਾ ਆ, ਵਿਸ਼ਵਾਮਿਤਰਾ ਅਤੇ ਵਸ਼ਿਸ਼ਠ। ਵਿਸ਼ਵਾਮਿਤਰਾ ਅਤੇ ਵਸ਼ਿਸ਼ਠ ਜਿਹੜੇ ਨੇ, ਜਿਹੜਾ ਕਿੰਗ ਸੁਦਾਸ ਦੇ ਅੰਡਰ ਇਹ ਪੁਰੋਹਿਤ ਸੀਗੇ। ਪਹਿਲਾਂ ਵਿਸ਼ਵਾਮਿਤਰਾ ਸੀਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਆ ਵਸ਼ਿਸ਼ਠਾ ਸੀਗਾ। ਠੀਕ ਆ। ਅਤੇ ਇਹਨਾਂ ਦੇ ਨਾਲ ਵੀ ਇੱਕ ਰਿਲੇਟਡ ਸਟੋਰੀ ਆ, ਬਟ ਉਹਦੇ ਬਾਰੇ ਇੰਨਾ ਜ਼ਿਆਦਾ ਆਪਾਂ ਡਿਸਕਸ ਨਹੀਂ ਕਰਦੇ, ਜੇ ਹੋਇਆ ਤਾਂ ਐਂਡ ਦੇ ਵਿੱਚ ਜ਼ਰੂਰ ਕਰ ਲਾਂਗੇ। ਤਾਂ ਪੁਰੋਹਿਤ ਦਾ ਮੇਨਲੀ ਕੰਮ ਕੀ ਸੀ, ਰਿਲੀਜੀਅਸ ਅਫੇਅਰ ਦੇਖਣੇ। ਠੀਕ ਆ। ਅਤੇ ਈਵਨ ਰਾਜਾ ਆ, ਜਿਹੜਾ ਰਾਜਾ ਕੀ ਆ ਆਪਣੇ ਜੇ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਸੀ ਤਾਂ ਦੈਨ ਉਹ ਕੀ ਹੁੰਦਾ ਸੀਗਾ, ਪੁਰੋਹਿਤ ਹੀ ਹੁੰਦਾ ਸੀਗਾ ਮੰਤਰੀਆਂ ਦੇ ਵਿੱਚੋਂ, ਕਿਉਂਕਿ ਇਹ ਧਾਰਮਿਕ ਗੁਰੂ ਜੀ ਮਤਲਬ ਭੂਮਿਕਾ ਦੇ ਵਿੱਚ ਸੀਗਾ। ਠੀਕ ਆ। ਤਾਂ ਦੋ ਦੇ ਨਾਮ ਆਉਂਦੇ ਨੇ, ਵਿਸ਼ਵਾਮਿਤਰਾ ਅਤੇ ਵਸ਼ਿਸ਼ਠ, ਇਹ ਯਾਦ ਰੱਖ ਲਿਓ। ਠੀਕ ਆ। ਅਤੇ ਇੱਕ ਕਿੰਗ ਦਾ ਨਾਮ ਆਉਂਦਾ ਆ ਜਿਹੜਾ ਕੀ ਆ ਰਾਜਾ ਸੁਦਾਸ, ਜਿਹਨੇ ਕੀ ਆ ਇੱਕ ਵਿਰੋਧੀ ਰਾਜਿਆਂ ਦੇ ਇੱਕ ਸੰਘ ਨੂੰ ਹਰਾਇਆ ਸੀਗਾ। ਉਸ ਤੋਂ ਅਗਲਾ ਆ ਜਾਂਦਾ ਸੈਨਾਪਤੀ। ਸੈਨਾਪਤੀ ਦੇ ਨਾਮ ਤੋਂ ਹੀ ਕਲੀਅਰ ਆ ਵੀ ਇਹ ਸੈਨਾ ਦਾ ਸੰਚਾਲਨ ਕਰਦਾ ਹੋਊਗਾ। ਠੀਕ ਆ। ਉਸ ਤੋਂ ਬਾਅਦ 'ਚ ਆ ਜਾਂਦਾ ਗ੍ਰਾਮੀਣੀ ਇੱਥੇ ਤੁਹਾਨੂੰ ਦੱਸ ਚੁੱਕਿਆ ਆ, ਜੋ ਵਿਲੇਜ ਦਾ ਕੀ ਆ ਦੇਖ ਰੇਖ ਕਰਦਾ ਸੀ, ਵਿਲੇਜ ਦੇ ਲੋਕਾਂ ਦੀ ਕੀ ਆ ਮਤਲਬ ਜੋ ਵੀ ਲੋੜਾਂ ਜਾਂ ਜੋ ਕੁਛ ਵੀ ਚੀਜ਼ਾਂ ਨੇ ਜਾਂ ਜੋ ਵੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦਾ ਸੋਲਿਊਸ਼ਨ ਕਰਕੇ ਦਿੰਦਾ ਸੀ। ਤਾਂ ਮੇਨਲੀ ਰਿਗਵੈਦ ਦੇ ਵਿੱਚ ਇਹਨਾਂ 3 ਮਿਨਿਸਟਰਸ ਦੇ ਬਾਰੇ ਜ਼ਿਆਦਾ ਡਿਟੇਲ 'ਚ ਪਤਾ ਲੱਗਦਾ ਆ। ਉਸ ਤੋਂ ਅਗਲੀ ਚੀਜ਼ ਜਿਹੜੀ ਇਹਦੇ ਵਿੱਚ ਪਤਾ ਲੱਗਦੀ ਆ ਉਹ ਹੈਗੀ ਆ ਸਭਾ ਐਂਡ ਸੰਮਤੀ ਇੱਕ ਤਰੀਕੇ ਦੀਆਂ ਸੰਸਥਾਵਾਂ ਸੀਗੀਆਂ। ਇਹਦੇ ਤੋਂ ਪਤਾ ਲੱਗਦਾ ਹੈ ਕਿ ਉਹ ਸਿਸਟਮ ਕੀ ਸੀਗਾ, ਡੈਮੋਕ੍ਰੈਟਿਕ ਸੀਗਾ। ਠੀਕ ਆ। ਉੱਥੇ ਉਦੋਂ ਦੇ ਰਾਜੇ ਤਾਨਾਸ਼ਾਹ ਨਹੀਂ ਸੀਗੇ, ਉਹ ਇੱਕ ਤਰੀਕੇ ਦੇ ਕੀ ਆ ਲੋਕਾਂ ਦੀ ਰਾਏ ਦੇ ਅਨੁਸਾਰ ਹੀ ਕੰਮ ਕਰਦੇ ਸੀ। ਅਤੇ ਇਹਨਾਂ ਸਭਾ ਅਤੇ ਸੰਮਤੀ ਵਰਗੀਆਂ ਜਿਹੜੀਆਂ ਹੈਗੀਆਂ ਨੇ
ਸੰਸਥਾਵਾਂ ਨੇ ਇਹਨਾਂ ਨੂੰ ਬੇਸਿਕਲੀ ਕੀ ਕਿਹਾ ਜਾਂਦਾ ਸੀਗਾ, ਇਹਨਾਂ ਨੂੰ ਬੇਸਿਕਲੀ ਕਿਹਾ ਜਾਂਦਾ ਹੈ ਕਿ ਇਹ ਕੀ ਨੇ, ਇਹ ਡਾਟਰਸ ਆਫ ਪ੍ਰਜਾਪਤੀ, ਮਤਲਬ ਪ੍ਰਜਾਪਤੀ ਮੰਨਿਆ ਜਾਂਦਾ ਸੀ ਬ੍ਰਹਮਾ ਨੂੰ, ਠੀਕ ਆ। ਤਾਂ ਡਾਟਰਸ ਆਫ ਪ੍ਰਜਾਪਤੀ ਕਿਹਾ ਜਾਂਦਾ ਸੀਗਾ ਇਹਨੂੰ, ਮਤਲਬ ਇਹ ਕੀ ਨੇ, ਬ੍ਰਹਮਾ ਦੀਆਂ ਪੁੱਤਰੀਆਂ ਨੇ, 2 ਪੁੱਤਰੀਆਂ ਮੰਨੀਆਂ ਜਾਂਦੀਆਂ ਸੀਗੀਆਂ। ਹੁਣ ਸਭਾ ਆ ਜਿਹੜੀ, ਸਭਾ ਕੀ ਹੁੰਦੀ ਸੀ, ਸਮੌਲ ਕੌਂਸਲ ਹੁੰਦੀ ਸੀਗੀ, ਅਤੇ ਸਮਿਤੀ ਆ ਜਿਹੜੀ ਇਹ ਕੀ ਆ, ਲਾਰਜ ਕੌਂਸਲ ਹੁੰਦੀ ਸੀ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਸਮਿਤੀ ਆ, ਸਮਿਤੀ ਦੇ ਵਿੱਚ ਮਤਲਬ ਜਨ ਦੇ ਸਾਰੇ ਲੋਕ ਆ ਜਾਂਦੇ ਸੀਗੇ, ਠੀਕ ਆ, ਸਾਰੇ ਲੋਕ ਇਹਦੇ ਵਿੱਚ ਆ ਜਾਂਦੇ ਸੀਗੇ। ਅਤੇ ਜਿਹੜੀ ਸਭਾ ਹੁੰਦੀ ਸੀਗੀ, ਸਭਾ ਦੇ ਵਿੱਚ ਕੀ ਆ, ਕੁਛ ਕੁ ਚੁਣਵੇਂ ਲੋਕ, ਕੁਛ ਕੁ ਵੱਡੇ ਮਤਲਬ ਕੀ ਆ, ਜਿਹੜੇ ਆਪਾਂ ਕਹਿ ਲਓ ਵੀ ਪ੍ਰਤੀਨਿਧੀ ਜਾਂ ਮੇਨਲੀ ਕੀ ਆ, ਜੋ ਸਾਰਿਆਂ ਪ੍ਰਸ਼ਾਸਨ ਨੂੰ ਦੇਖ ਰਹੇ ਨੇ, ਉਹ ਲੋਕ ਆ ਜਾਂਦੇ ਸੀ। ਤਾਂ ਜਿਹੜਾ ਰਾਜਾ ਆ, ਰਾਜਾ ਇਹਨਾਂ ਦੋਨਾਂ ਸਦਨਾਂ ਦੇ, ਦੋਨਾਂ ਮਤਲਬ ਸੰਸਥਾਵਾਂ ਦੇ ਅਕੋਰਡਿੰਗ ਹੀ ਕੰਮ ਕਰਦਾ ਸੀਗਾ, ਠੀਕ ਆ। ਤਾਂ ਮੇਨਲੀ ਜਿਵੇਂ ਹੁਣ ਇੱਥੇ 1-2-3 ਥਿੰਕਰਸ ਦੇ ਨਾਮ ਆ ਰਹੇ ਨੇ, ਫਿਲਾਸਫਰਸ ਜਿਹੜੇ ਨੇ, ਜਿਵੇਂ ਲੁਡਵਿਨ ਆ। ਲੁਡਵਿਨ ਨੇ ਕੀ ਕਿਹਾ, ਲੁਡਵਿਨ ਕਹਿੰਦਾ ਕਿ ਸਭਾ ਇੱਕ ਤਰੀਕੇ ਦਾ ਅਪਰ ਹਾਊਸ, ਜਿਵੇਂ ਅੱਜ ਸਾਡੇ ਇੱਥੇ ਰਾਜ ਸਭਾ ਕੰਮ ਕਰਦੀ ਹੈ ਉਸ ਤਰੀਕੇ ਦੀ ਭੂਮਿਕਾ 'ਚ ਸੀ, ਅਤੇ ਸਮਿਤੀ ਸੀਗੀ ਲੋਅਰ ਹਾਊਸ, ਮਤਲਬ ਜਿਵੇਂ ਅੱਜ ਸਾਡੇ ਇੱਥੇ ਲੋਕ ਸਭਾ ਆ, ਲੋਕ ਸਭਾ ਦੇ ਵਿੱਚ ਅਸੀਂ ਆਪਣੇ ਪ੍ਰਤੀਨਿਧੀ ਚੁਣਦੇ ਹਾਂ, ਤਾਂ ਉਸ ਤਰੀਕੇ ਦੀ ਕੁਛ ਭੂਮਿਕਾ ਕੀ ਆ ਅਦਾ ਕਰਦੇ ਸੀਗੇ। ਅਤੇ ਜ਼ੀਮਰ ਦੇ ਅਨੁਸਾਰ ਕੀ ਕਿਹਾ ਗਿਆ, ਜ਼ੀਮਰ ਦੇ ਅਕੋਰਡਿੰਗ ਇਹ ਕਿਹਾ ਗਿਆ ਕਿ ਸਭਾ ਜਿਹੜੀ ਆ ਉਹਦਾ ਸੰਬੰਧ ਹੁੰਦਾ ਸੀਗਾ ਪਿੰਡਾਂ ਦੇ ਨਾਲ, ਠੀਕ ਆ। ਅਤੇ ਜਿਹੜੀ ਸਮਿਤੀ ਸੀ, ਸਮਿਤੀ ਕੀ ਆ, ਅੱਪਰ ਲੈਵਲ ਦੇ ਉੱਤੇ ਕੰਮ ਕਰਦੀ ਸੀ। ਜਿਵੇਂ ਆਪਾਂ ਕਹਿ ਲਓ ਜਿਹੜੀ ਸਭਾ ਆ, ਸਭਾ ਕੰਮ ਕਰਦੀ ਸੀਗੀ ਗਰਾਊਂਡ ਲੈਵਲ ਦੇ ਉੱਤੇ, ਅਤੇ ਜਿਹੜੀ ਸਮਿਤੀ ਆ, ਸਮਿਤੀ ਕੀ ਆ, ਸੈਂਟਰ ਲੈਵਲ ਦੇ ਉੱਤੇ, ਮਤਲਬ ਸਾਰੇ ਦੇਸ਼ ਨੂੰ ਦੇਖਦੀ ਸੀਗੀ। ਅਤੇ ਸਭਾ ਜਿਹੜੀ ਆ ਕੀ ਆ, ਮਤਲਬ ਹਰੇਕ ਦੀ ਆਪੋ ਆਪਣੇ ਨੋਰਮਲ ਆ। ਹੁਣ ਇਸੇ ਸਭਾ ਐਂਡ ਸਮਿਤੀ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਉੱਥੇ ਸਿਸਟਮ ਕਿਹੋ ਜਿਹਾ ਹੁੰਦਾ ਸੀਗਾ, ਡੈਮੋਕ੍ਰੈਟਿਕ ਸਿਸਟਮ ਸੀ। ਲੋਕਾਂ ਦੀ ਰਾਏ ਦੇ ਅਨੁਸਾਰ ਹੀ ਫੈਸਲੇ ਲਏ ਜਾਂਦੇ ਸੀ, ਲੋਕਾਂ ਨੂੰ ਮਤਲਬ ਕਿ ਐਵੇਂ ਨਹੀਂ ਵੀ ਸਿਸਟਮ 'ਚੋਂ ਬਾਹਰ ਕੀਤਾ ਹੋਇਆ ਸੀਗਾ, ਠੀਕ ਆ। ਤਾਂ ਮਤਲਬ ਡੈਮੋਕ੍ਰੈਟਿਕ ਸਿਸਟਮ ਸੀ। ਜੇ ਸਭਾ ਅਤੇ ਸਮਿਤੀ ਇਹ ਸਲਾਹਕਾਰੀ ਐਡਵਾਈਜ਼ਰੀ ਬੋਡੀ ਸੀਗੀਆਂ, ਇਹ ਰਾਜੇ ਨੂੰ ਐਡਵਾਈਸ ਦਿੰਦੀਆਂ ਸੀਗੀਆਂ, ਜਿੱਥੇ ਕਿਤੇ ਰਾਜੇ ਨੂੰ ਲੋੜ ਪੈਂਦੀ ਸੀ ਰਾਜੇ ਨੂੰ ਇਹਨਾਂ ਦੀ ਐਡਵਾਈਸ ਦੇ ਅਕੋਰਡਿੰਗ ਹੀ ਕੰਮ ਕਰਨਾ ਪੈਂਦਾ ਸੀ। ਇਹ ਨਹੀਂ ਵੀ ਰਾਜਾ ਆਪਣੀ ਮਨਮਰਜ਼ੀ ਕਰ ਸਕਦਾ, ਅਤੇ ਜੇ ਰਾਜਾ ਫਰੀ ਨਹੀਂ ਸੀ, ਰਾਜਾ ਇਹਨਾਂ ਦੇ ਅਕੋਰਡਿੰਗ ਹੀ ਬਿਹੇਵ ਕਰਦਾ ਸੀਗਾ, ਠੀਕ ਆ। ਨੈਕਸਟ ਚੀਜ਼ ਜਿਹੜੀ ਇਹ 'ਚ ਦੇਖਦੇ ਹਾਂ ਆਪਾਂ, ਨੈਕਸਟ ਆ ਜਾਂਦਾ ਆ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ। ਹੁਣ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਆ, ਸਭ ਤੋਂ ਵੱਡੀ ਅਦਾਲਤ ਕਿਹਦੀ ਹੁੰਦੀ ਸੀ, ਐਜ਼ ਆਲਵੇਜ਼ ਰਾਜਾ ਸੁਪਰੀਮ ਲੈਵਲ 'ਤੇ ਹੁੰਦਾ ਸੀਗਾ, ਠੀਕ ਆ। ਅਤੇ ਉਸ ਤੋਂ ਨੈਕਸਟ ਜੋ ਕੁਛ ਵੀ ਪਨਿਸ਼ਮੈਂਟਸ ਨੇ, ਉਹ ਪਨਿਸ਼ਮੈਂਟ ਕੀ ਆ, ਮੈਂਸ਼ਨ ਕੀਤੀਆਂ ਹੁੰਦੀਆਂ ਸੀਗੀਆਂ, ਕਿਹਦੇ ਵਿੱਚ, ਰਿਗਵੈਦਾ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ, ਠੀਕ ਆ, ਵੀ ਕਿਹੜੇ ਕਿਹੜੇ ਕ੍ਰਾਈਮ ਦੇ ਲਈ ਕਿਹੜੀ ਕਿਹੜੀ ਸਜ਼ਾ ਦਿੱਤੀ ਜਾਣੀ ਆ, ਠੀਕ ਆ। ਉਸ ਤੋਂ ਬਾਅਦ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਵਾਜ਼ ਵੈਰੀ ਰੇਅਰ, ਹੈ ਨਾ, ਇੱਥੇ ਵਾਜ਼ ਕਰ ਲਿਓ, ਟਾਈਪਿੰਗ ਮਿਸਟੇਕ ਆ, ਇਹ ਵਾਜ਼ ਵੈਰੀ ਰੇਅਰ ਮਤਲਬ ਕੀ ਆ, ਇਹ ਚੀਜ਼ਾਂ ਕੀ ਆ, ਬਹੁਤ ਹੀ ਮਤਲਬ ਜਿਹੜੀ ਮੌਤ ਦੀ ਸਜ਼ਾ ਆ ਬਹੁਤ ਘੱਟ ਦਿੱਤੀ ਜਾਂਦੀ ਸੀਗੀ। ਅਤੇ ਜਿਹੜਾ ਮਤਲਬ ਕੀ ਆ ਕਲਪ੍ਰਿਟ ਹੁੰਦਾ ਸੀ ਜਾਂ ਦੋਸ਼ੀ ਹੁੰਦਾ ਸੀਗਾ, ਉਹਨੂੰ ਅਗਨੀ ਅਤੇ ਜਲ ਵਰਗੀਆਂ ਮਤਲਬ ਪ੍ਰੀਖਿਆਵਾਂ ਦੇਣ ਦੇ ਲਈ ਵੀ ਕਿਹਾ ਜਾਂਦਾ ਸੀਗਾ। ਮਤਲਬ ਵੀ ਜਾਂ ਕਹਿ ਦੇਣਗੇ ਵੀ ਅੱਗ ਦੇ ਉੱਤੇ ਤੁਰ ਕੇ ਦਿਖਾਓ, ਜੇ ਤੂੰ ਸੱਚਾ ਹੈ ਤਾਂ ਤੈਨੂੰ ਕੁਛ ਨਹੀਂ ਹੋਊਗਾ, ਜਾਂ ਫਿਰ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ ਵੀ ਜੇ ਸੱਚਾ ਹੋਊਗਾ ਤਾਂ ਦੈਨ ਕੀ ਹੈ ਬਚ ਜੂਗਾ। ਮਤਲਬ ਇਸ ਤਰੀਕੇ ਦੀਆਂ ਕੀ ਆ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਵੀ ਕੀ ਚੱਲਦੀਆਂ ਰਹਿੰਦੀਆਂ ਸੀਗੀਆਂ। ਅਤੇ ਬੇਸਿਕਲੀ ਜੇ ਇੱਕ ਮੁਕੱਦਮਾ ਕਰ ਰਿਹਾ ਆ ਅਤੇ ਦੂਜਾ ਮੁਕੱਦਮਾ ਜਿੱਤ ਰਿਹਾ ਆ, ਅਤੇ ਜਿਹੜਾ ਹਾਰਨ ਵਾਲਾ ਹੁੰਦਾ ਸੀਗਾ ਜਾਂ ਦੋਸ਼ੀ ਹੁੰਦਾ ਸੀ ਉਹਨੂੰ ਕੰਪਨਸੇਸ਼ਨ ਦੇ ਵਿੱਚ ਕੀ ਗਾਵਾਂ ਦੇਣੀਆਂ ਪੈਂਦੀਆਂ ਸੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਮੇਨਲੀ ਬਾਰਟਰ ਸਿਸਟਮ ਸੀਗਾ, ਅਤੇ ਬਾਰਟਰ ਸਿਸਟਮ ਦੇ ਪੁਆਇੰਟ ਆਫ ਵਿਊ ਤੋਂ ਗਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਸੀਗਾ, ਠੀਕ ਆ। ਉਸ ਤੋਂ ਨੈਕਸਟ ਜੇ ਮੰਨ ਲਓ ਕੋਈ ਬੰਦਾ ਆਪਣੇ ਡੈਪਟ, ਆਪਣੇ ਮਤਲਬ ਕਰਜ਼ੇ ਨਹੀਂ ਅਦਾ ਕਰ ਪਾਉਂਦਾ ਸੀ, ਤਾਂ ਦੈਨ ਉਹਨੂੰ ਕੀ ਕਰ ਲਿਆ ਜਾਂਦਾ ਸੀਗਾ, ਉਹਨੂੰ ਗੁਲਾਮ ਬਣਾ ਕੇ ਬਣਾ ਲਿਆ ਜਾਂਦਾ ਸੀ, ਅਤੇ ਜਿੰਨੀ ਦੇਰ ਤੱਕ ਉਹਦਾ ਕਰਜ਼ ਪੂਰਾ ਨਹੀਂ ਸੀ ਹੋ ਜਾਂਦਾ ਉਨੀ ਦੇਰ ਤੱਕ ਉਹ ਤੋਂ ਕੀ ਗੁਲਾਮੀ ਕਰਵਾਈ ਜਾਂਦੀ ਸੀਗੀ, ਠੀਕ ਆ। ਅਤੇ ਇਹ ਚੀਜ਼ਾਂ ਕੁਛ ਕੁ ਜੁਡੀਸ਼ੀਅਲ ਸਿਸਟਮ 'ਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਨੈਕਸਟ ਆ ਜਾਂਦਾ ਮੋਡ ਆਫ ਵਾਰਫੇਅਰ। ਹੁਣ ਲੜਾਈ ਲੜਨ ਦੇ ਤਰੀਕੇ ਕੀ ਹੁੰਦੇ ਸੀ, ਬੇਸਿਕਲੀ ਤੁਹਾਨੂੰ ਦੱਸਿਆ ਜਦੋਂ ਆਰੀਅਨਸ ਆਉਂਦੇ ਨੇ ਤਾਂ ਇੱਥੇ ਉਹਨਾਂ ਦਾ ਸਾਹਮਣਾ ਹੁੰਦਾ ਆ ਨੌਨ ਆਰੀਅਨਸ ਦੇ ਨਾਲ ਜਾਂ ਅਨਾਰੀਆਸ ਦੇ ਨਾਲ, ਠੀਕ ਆ, ਜਿਨ੍ਹਾਂ ਨੂੰ ਉਹ ਕੀ ਕਹਿੰਦੇ ਨੇ, ਦਸੂ ਕਹਿੰਦੇ ਨੇ। ਤਾਂ ਇਹਨਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਅਤੇ ਜਿਹਦੇ ਵਿੱਚ ਆਰੀਅਨਸ ਸਫਲ ਹੁੰਦੇ ਨੇ, ਅਤੇ ਇਹ ਲੜਾਈਆਂ ਅਕਸਰ ਚੱਲਦੀਆਂ ਰਹੀਆਂ। ਤਾਂ ਹੁਣ ਇਹਨਾਂ ਦਾ ਲੜਨ ਦਾ ਤਰੀਕਾ ਕੀ ਸੀ, ਟਰਡੀਸ਼ਨਲ ਵਾਰਫੇਅਰ ਸੀ। ਮਤਲਬ ਕੀ ਆ, ਇਹ ਉਹ ਜਿਵੇਂ ਕਹਿ ਲਓ ਪੁਰਾਣੀਆਂ ਤਲਵਾਰਾਂ, ਨੇਜਿਆਂ ਜਾਂ ਫਿਰ ਕੀ ਆ ਕੋਈ ਤਿੱਖੇ ਪੱਥਰਾਂ ਵਗੈਰਾ, ਉਹਨਾਂ ਚੀਜ਼ਾਂ ਦੇ ਨਾਲ ਹੀ ਲੜਦੇ ਸੀਗੇ। ਅਤੇ ਕਿਸੇ ਤਰੀਕੇ ਦੇ ਮਾਡਰਨ ਤਰੀਕੇ ਦੀਆਂ ਜਾਂ ਤੋਪਾਂ ਵਗੈਰਾ ਜਾਂ ਬੰਦੂਕਾਂ ਵਗੈਰਾ ਅਜਿਹਾ ਕੁਛ ਨਹੀਂ ਸੀਗਾ, ਸਿਰਫ ਟਰਡੀਸ਼ਨਲ ਵਾਰਫੇਅਰ ਸੀਗੇ। ਹੁਣ ਰਿਗਵੈਦ ਦੇ ਵਿੱਚ ਇੱਕ ਯੰਤਰ ਦਾ ਨਾਂ ਮਤਲਬ ਕੀ ਆ
ਇੱਕ ਵੈਪਨ ਦਾ ਡਿਸਕ੍ਰਿਪਸ਼ਨ ਮਿਲਦਾ ਆ ਪੁਰਚਿਰਾਂਸ਼ੂ ਆ ਜਿਹੜਾ, ਇਹ ਇੱਕ ਮਤਲਬ ਕੀ ਆ, ਉਹਦੇ ਵਿੱਚ ਸਾਨੂੰ ਇੱਕ ਵੈਪਨ ਦੇ ਬਾਰੇ ਪਤਾ ਲੱਗਦਾ ਜਿਹੜਾ ਮਤਲਬ ਕਿਸੇ ਯੂਜ਼ ਕੀਤਾ ਜਾਂਦਾ ਹੋਊਗਾ ਕਿਲੇ ਵਗੈਰਾ ਨੇ ਜਿਹੜੇ, ਫੋਰਟਸ ਨੇ ਜਿਹੜੇ, ਉਹਨਾਂ ਫੋਰਟਸ ਦੀਆਂ ਜਿਹੜੀਆਂ ਵਾਲਸ ਨੇ ਉਹਨਾਂ ਨੂੰ ਤੋੜਨ ਦੇ ਲਈ। ਠੀਕ ਆ, ਤਾਂ ਮਤਲਬ ਇਹ ਕਿਸੇ ਤਰੀਕੇ ਦਾ ਕੋਈ ਯੰਤਰ ਵਗੈਰਾ ਹੋਊਗਾ ਜਿਹਦੇ ਨਾਲ ਕੋਈ ਭਾਰੀ ਚੀਜ਼ ਜਾਂ ਕੁਛ ਪੱਥਰ ਵਗੈਰਾ ਟਾਈਪ ਬੰਨੇ ਹੋਣਗੇ, ਅਤੇ ਉਹ ਮਤਲਬ ਕੀ ਆ ਦੂਜੇ ਵਿਰੋਧੀ ਰਾਜਿਆਂ ਜਾਂ ਵਿਰੋਧੀਆਂ ਦੇ ਕੀ ਆ ਉਹਨਾਂ ਦੇ ਕਿਲੇ ਵਗੈਰਾ ਢਾਉਣ ਦੇ ਲਈ ਯੂਜ਼ ਕੀਤਾ ਜਾਂਦਾ ਸੀ। ਅਤੇ ਇੰਦਰ ਇਹਨਾਂ ਦਾ ਮੇਨ ਗੋਡ ਹੁੰਦਾ ਸੀਗਾ, ਇੱਕ ਦੇਵਤਾ ਹੁੰਦਾ ਸੀਗਾ ਜਿਹੜਾ ਕੀ ਆ ਵਾਰਫੇਅਰ ਦੇ ਵੇਲੇ ਇਹ ਮਤਲਬ ਪੂਜਾ ਕਰਦੇ ਸੀ। ਮਤਲਬ ਇੰਦਰ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਕਿਲਿਆਂ ਨੂੰ ਢਾਉਣ ਵਾਲਾ ਕੀ ਆ ਦੇਵਤਾ ਆ। ਇੰਦਰ ਇੱਕ ਰੇਨ ਦੇ ਲਈ ਵੀ ਪੂਜਿਆ ਜਾਂਦਾ ਸੀਗਾ, ਪਲੱਸ ਇਹਨੂੰ ਕਿਲਿਆਂ ਨੂੰ ਤੋੜਨ ਵਾਲਾ ਦੇਵਤਾ ਵੀ ਕਿਹਾ ਜਾਂਦਾ ਹੈ। ਤਾਂ ਮਤਲਬ ਇੰਦਰ ਐਜ਼ ਅ ਗੋਡ ਆਫ ਵਾਰਫੇਅਰ ਵੀ ਇਹਦੀ ਪੂਜਾ ਕੀਤੀ ਜਾਂਦੀ ਸੀ। ਅਤੇ ਯੁੱਧ ਦੇ ਵਿੱਚ ਹਮੇਸ਼ਾ ਮੋਰੈਲਿਟੀ ਫੋਲੋ ਕੀਤੀ ਜਾਂਦੀ ਸੀਗੀ। ਮੋਰੈਲਿਟੀ ਕਿਵੇਂ, ਮਤਲਬ ਜਿਵੇਂ ਬੱਚਿਆਂ ਦੇ ਉੱਤੇ ਆਪਾਂ ਕਹਿ ਲਓ ਵੀ ਅਟੈਕ ਨਾ ਕਰਨਾ ਹੈ ਨਾ, ਉਸ ਤੋਂ ਬਾਅਦ 'ਚ ਔਰਤਾਂ ਦੇ ਉੱਤੇ ਅਟੈਕ ਨਾ ਕਰਨਾ, ਬੁੱਢਿਆਂ ਦੇ ਉੱਤੇ ਅਟੈਕ ਨਾ ਕਰਨਾ, ਸੁੱਤੇ ਪਏ ਦੁਸ਼ਮਣ ਨੇ ਜਾਂ ਨਿਹੱਥੇ ਦੁਸ਼ਮਣ ਨੇ ਹੈ ਨਾ, ਉਹਨਾਂ ਦੇ ਉੱਤੇ ਅਟੈਕ ਨਾ ਕਰਨਾ, ਯੁੱਧ ਦੇ ਵਿੱਚੋਂ ਜਿਹੜੇ ਭੱਜ ਰਹੇ ਲੋਕ ਨੇ ਉਹਨਾਂ ਦੇ ਉੱਤੇ ਅਟੈਕ ਨਾ ਕਰਨਾ, ਅਤੇ ਜਾਂ ਫਿਰ ਕਹਿ ਲਓ ਵੀ ਯੁੱਧ ਦੇ ਵਿੱਚੋਂ ਭੱਜਣਾ ਇੱਕ ਤਰੀਕੇ ਦੀ ਕਾਇਰਤਾ ਮੰਨਦੇ ਸੀਗੇ। ਤਾਂ ਮਤਲਬ ਯੁੱਧ ਵੀ ਜੇ ਲੜਦੇ ਸੀਗੇ ਨਾ ਤਾਂ ਦੈਨ ਕੀ ਆ ਇਹ ਪ੍ਰੋਪਰਲੀ ਮੋਰੈਲਿਟੀ ਦੇ ਨਾਲ ਲੜਦੇ ਸੀ, ਅਤੇ ਸੈਨਿਕਾਂ ਦਾ ਜੋਸ਼ ਵਧਾਉਣ ਦੇ ਲਈ ਢੋਲ ਜਾਂ ਨਗਾਰੇ ਵਗੈਰਾ ਕੀ ਆ ਆਮ ਹੀ ਵਰਤੇ ਜਾਂਦੇ ਸੀਗੇ। ਠੀਕ ਆ, ਤਾਂ ਇਹ ਇਹਨਾਂ ਦੀ ਸੀਗੀ ਪੋਲੀਟੀਕਲ ਲਾਈਫ ਸਟਾਈਲ। ਨੈਕਸਟ ਆ ਜਾਂਦਾ ਹੈ ਇਕੋਨਮਿਕ ਲਾਈਫ ਸਟਾਈਲ। ਹੁਣ ਇਕੋਨਮਿਕ ਲਾਈਫ ਸਟਾਈਲ ਦੇ ਵਿੱਚ ਸਾਨੂੰ ਇੰਨਾ ਪਤਾ ਆ ਜਿਹੜੇ ਆਰੀਅਨਸ ਆਉਂਦੇ ਨੇ ਨਾ ਭਾਰਤ ਦੇ ਵਿੱਚ, ਇਹ ਮੇਨਲੀ ਕੀ ਸੀਗੇ, ਇਹ ਚਰਵਾਹੇ ਸੀਗੇ। ਚਰਵਾਹੇ ਮਤਲਬ ਇਹ ਜਾਨਵਰ ਵਗੈਰਾ ਨੂੰ ਡੋਮੈਸਟੀਕੇਸ਼ਨ ਕਰਦੇ ਸੀਗੇ, ਉਹਨਾਂ ਨੂੰ ਘਰੇਲੂ ਜਾਨਵਰ ਬਣਾਇਆ ਜਾਂਦਾ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਆ ਉਹਨਾਂ ਦੇ ਅਕੋਰਡਿੰਗ ਹੀ ਮਤਲਬ ਉਹਨਾਂ ਤੋਂ ਹੀ ਆਪਣਾ ਕੀ ਜੀਵਨ ਨਿਰਵਾਹ ਕੀਤਾ ਜਾਂਦਾ ਸੀਗਾ। ਤਾਂ ਮੇਨਲੀ ਸਭ ਤੋਂ ਵੱਡਾ ਜਿਹੜਾ ਰਿਗਵੈਦਿਕ ਪੀਰੀਅਡ ਦੇ ਵਿੱਚ ਕੰਮ ਕੀਤਾ ਜਾਂਦਾ ਸੀਗਾ ਜਾਂ ਪ੍ਰੋਫੈਸ਼ਨ ਸੀ ਲੋਕਾਂ ਦਾ, ਉਹ ਸੀਗਾ ਐਨੀਮਲ ਹਸਬੈਂਡਰੀ ਜਾਂ ਫਿਰ ਡੋਮੈਸਟੀਕੇਸ਼ਨ ਆਫ ਐਨੀਮਲਸ ਨੂੰ ਕੀ ਆ ਮਤਲਬ ਪਾਲਤੂ ਬਣਾਇਆ ਜਾਂਦਾ ਸੀਗਾ। ਤਾਂ ਮੇਨਲੀ ਇਹਨਾਂ ਦਾ ਇਹੀ ਕੰਮ ਸੀ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਕਹਿ ਲਓ ਵੀ ਗਊਆਂ ਨੂੰ ਸਭ ਤੋਂ ਇੰਪੋਰਟੈਂਟ ਰੋਲ ਦਿੱਤਾ ਜਾਂਦਾ ਸੀਗਾ। ਜਿਹੜੀ ਕਾਓ ਵਗੈਰਾ ਕਹਿ ਲਓ, ਠੀਕ ਆ, ਕਾਓਜ਼ ਨੂੰ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਸੀਗਾ, ਇਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਸੀਗੀ। ਅਕਸਰ ਜਿਹੜੇ ਐਨੀਮਲਸ ਨੇ, ਐਨੀਮਲਸ ਨੂੰ ਹੀ ਜਾਇਦਾਦ ਮੰਨਿਆ ਜਾਂਦਾ ਸੀਗਾ ਉਸ ਸਮੇਂ, ਅਤੇ ਐਨੀਮਲਸ ਦੀ ਚੋਰੀ ਆ ਜਿਹੜੀ ਉਹ ਆਮ ਗੱਲ ਸੀਗੀ। ਐਨੀਮਲਸ ਵਗੈਰਾ ਦੀ ਚੋਰੀ ਆਮ ਗੱਲ ਸੀ, ਅਤੇ ਇਹਨਾਂ ਦੇ ਐਨੀਮਲਸ ਦੇ ਨਾਲ ਹੀ ਕੀ ਆ ਚੀਜ਼ਾਂ ਖਰੀਦੀਆਂ ਵੇਚੀਆਂ ਜਾਂਦੀਆਂ ਸੀਗੀਆਂ। ਮਤਲਬ ਬਾਰਟਰ ਸਿਸਟਮ ਆ ਜਿਹੜਾ ਉਹ ਕੀ ਸੀਗਾ, ਮਤਲਬ ਜੇ ਕੋਈ ਚੀਜ਼ ਲੈਣੀ ਆ ਤਾਂ ਦੈਨ ਉਹਦੇ ਬਦਲੇ ਦੇ ਵਿੱਚ ਉਹਨੂੰ ਕੀ ਆ ਐਨੀਮਲਸ ਵਗੈਰਾ ਦੇ ਦਿਓ। ਤਾਂ ਇਹ ਚੀਜ਼ਾਂ ਕੀ ਨੇ ਮਤਲਬ ਨੋਰਮਲੀ ਚੱਲਦੀਆਂ ਸੀਗੀਆਂ। ਅਤੇ ਇਸ ਤੋਂ ਇਲਾਵਾ ਕਹਿ ਲਓ ਵੀ ਹੋਰ ਵੀ ਕਈ ਹੁਣ ਕੁਛ ਕੁ ਜਿਵੇਂ ਕਹਿ ਲਓ ਗਾਂ ਦੇ ਇਲਾਵਾ ਮੱਝਾਂ ਹੋ ਗਈਆਂ, ਬਲਦ ਹੋ ਗਏ, ਬੱਕਰੀਆਂ ਹੋ ਗਈਆਂ, ਭੇਡ ਕੁੱਤੇ, ਘੋੜੇ ਵਗੈਰਾ, ਇਹਨਾਂ ਨੂੰ ਵੀ ਆਮ ਹੀ ਪਾਲਿਆ ਜਾਂਦਾ ਸੀ। ਈਵਨ ਆਪਾਂ ਕਹਿ ਲਓ ਵੀ ਦੁਨੀਆ ਦੇ ਵਿੱਚ ਜੇ ਸਭ ਤੋਂ ਪਹਿਲਾਂ ਕਿਸੇ ਜਾਨਵਰ ਨੂੰ ਜੇ ਕੋਈ ਜਾਨਵਰ ਨੂੰ ਡੋਮੈਸਟੀਕੇਸ਼ਨ ਜਾਂ ਉਹਨੂੰ ਘਰੇਲੂ ਬਣਾਇਆ ਗਿਆ, ਉਹਨੂੰ ਪਾਲਤੂ ਬਣਾਇਆ ਗਿਆ, ਤਾਂ ਉਹ ਕੌਣ ਸੀਗਾ, ਉਹ ਡੌਗ ਸੀਗਾ। ਮਤਲਬ ਹੈ ਨਾ, ਡੌਗ ਵਰਗਾ ਕੋਈ ਜਾਨਵਰ ਰਿਹਾ ਹੋਊਗਾ ਜਾਂ ਉਹਦੇ ਡੌਗ ਦੇ ਪੂਰਵਜ ਕਹਿ ਲਓ, ਜਿਹਨੂੰ ਕੀ ਆ ਡੋਮੈਸਟੀਕੇਸ਼ਨ ਕੀਤਾ ਗਿਆ ਸੀਗਾ। ਠੀਕ ਆ, ਉਸ ਤੋਂ ਅਗਲੀ ਆ ਜਾਂਦਾ ਦੂਸਰਾ ਕੰਮ। ਪਹਿਲਾ ਕੰਮ ਸੀਗਾ ਐਨੀਮਲ ਹਸਬੈਂਡਰੀ ਜਾਂ ਫਿਰ ਡੋਮੈਸਟੀਕੇਸ਼ਨ ਆਫ ਐਨੀਮਲਸ, ਅਤੇ ਦੂਸਰਾ ਕੰਮ ਸੀਗਾ ਐਗਰੀਕਲਚਰ। ਹੁਣ ਖੇਤੀਬਾੜੀ ਤੋਂ ਜਾਣੂ ਸੀਗੇ ਲੋਕ, ਖੇਤੀਬਾੜੀ ਜ਼ਰੂਰ ਕਰਦੇ ਸੀਗੇ। ਠੀਕ ਆ, ਜਿਨ੍ਹਾਂ ਦੇ ਅਕੋਰਡਿੰਗ ਇਹਨਾਂ ਨੇ ਜ਼ਮੀਨ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਉਰਵਰਾ ਅਤੇ ਖਿਲਿਆ। ਠੀਕ ਆ, ਉਰਵਰਾ ਦਾ ਮਤਲਬ ਸੀਗਾ ਫਰਟਾਈਲ ਲੈਂਡ ਪਲੱਸ ਪ੍ਰਾਈਵੇਟ ਲੈਂਡ। ਠੀਕ ਆ, ਪ੍ਰਾਈਵੇਟ ਲੈਂਡ ਮਤਲਬ ਕੀ ਆ, ਮੰਨ ਲਓ ਕਿਸੇ ਨਿੱਜੀ ਬੰਦੇ ਦੀ ਲੈਂਡ, ਜਿਵੇਂ ਹੁਣ ਕਹਿ ਲਓ ਮੈਂ ਆ, ਮੇਰੀ 6-7 ਕਿੱਲੇ ਆ ਜਿਹੜੀ, ਮਤਲਬ ਉਹ ਕੀ ਆ ਮੇਰੀ ਲੈਂਡ ਆ, ਮੈਂ ਉਹਦੇ ਉੱਤੇ ਕੰਮ ਕਰ ਰਿਹਾ, ਇਟ ਮੀਨਸ ਉਹ ਉਰਵਰਾ ਆ। ਠੀਕ ਆ, ਉਸ ਤੋਂ ਨੈਕਸਟ ਜਿਹੜੀ ਸੀਗੀ ਖਿਲਿਆ ਮਤਲਬ ਹੁੰਦੀ ਸੀ ਕਾਮਨ ਲੈਂਡ। ਕਾਮਨ ਲੈਂਡ ਦੇ ਵਿੱਚ ਕੀ ਆ, ਸਾਰੇ ਆਪਣੇ ਜਾਨਵਰਾਂ ਨੂੰ ਕੀ ਕਰ ਸਕਦੇ ਸੀ, ਚਰਾ ਸਕਦੇ ਸੀਗੇ। ਉਹਦੇ ਉੱਤੇ ਕਿਸੇ ਇੱਕ ਦਾ ਅਧਿਕਾਰ ਨਹੀਂ ਸੀ ਹੁੰਦਾ, ਸਾਰਿਆਂ ਦੇ ਲਈ ਕੀ ਆ ਇਕੁਅਲ ਚੀਜ਼ ਜਿਹੜੀਆਂ ਨੇ ਉਹ ਕੀ ਆ ਮੰਨੀਆਂ ਜਾਂਦੀਆਂ ਸੀਗੀਆਂ। ਠੀਕ ਆ, ਉਸ ਤੋਂ ਨੈਕਸਟ ਕਹਿ ਲਓ ਵੀ ਕੋਈ ਪ੍ਰੋਪਰ ਐਗਰੀਕਲਚਰ ਸੀਗੀ, ਪਰ ਪ੍ਰੋਪਰ ਇਰੀਗੇਸ਼ਨ ਫੈਸਿਲਿਟੀਜ਼ ਨਹੀਂ ਸੀਗੀਆਂ। ਠੀਕ ਆ, ਇਹ ਡਿਪੈਂਡ ਕਰਦੀ ਸੀ ਮੌਨਸੂਨ ਦੇ ਉੱਤੇ, ਜੋ ਕੁਛ ਵੀ ਬਾਰਿਸ਼ ਵਗੈਰਾ ਹੋ ਰਹੀ ਆ ਤਾਂ ਦੈਨ ਉਹਦੇ ਉੱਤੇ ਹੀ ਡਿਪੈਂਡ ਕਰਦੀ ਸੀ। ਇਸੇ ਕਰਕੇ ਲੋਕਾਂ ਦਾ ਕੋਈ ਜ਼ਿਆਦਾ ਇੰਟਰਸਟ ਇਹਦੇ 'ਚ ਨਹੀਂ ਸੀਗਾ, ਲੋਕ ਜ਼ਿਆਦਾ ਇੰਟਰਸਟ ਲੈਂਦੇ ਸੀਗੇ ਐਨੀਮਲ ਵਗੈਰਾ 'ਚ, ਕਿਉਂਕਿ ਜੇ ਕਿਤੇ ਮੰਨ ਲਓ ਜਿਹੜੀਆਂ ਬਾਰਿਸ਼ ਨਹੀਂ ਸੀ ਹੁੰਦੀ ਦੈਨ ਇਹ ਮੂਵ ਕਰ ਜਾਂਦੇ ਸੀਗੇ ਕਿਸੇ ਹੋਰ ਇਲਾਕੇ ਵਿੱਚ, ਉੱਥੋਂ ਆਪਣੇ ਜਾਨਵਰਾਂ ਦੇ ਲਈ
ਚਾਰਾ ਵਗੈਰਾ ਇਕੱਠਾ ਕਰ ਲੈਂਦੇ ਸੀਗੇ। ਠੀਕ ਹੈ, ਇਹ ਲੋਕ ਬੇਸਿਕਲੀ ਸੈਟਲਡ ਪਾਪੂਲੇਸ਼ਨ ਨਹੀਂ ਸੀਗੀਆਂ। ਇੱਧਰ ਉੱਧਰ ਮਤਲਬ ਫਿਲਹਾਲ ਜਿਹੜੇ ਸ਼ੁਰੂਆਤੀ ਦੌਰ ਆ 500 ਤੋਂ 1000 ਸਾਲ ਜਿਹੜੇ ਨੇ ਕਿ ਇੱਧਰ ਉੱਧਰ ਘੁੰਮਦੇ ਰਹੇ। ਇਸੇ ਕਰਕੇ ਇਹਨਾਂ ਨੂੰ ਇਹ ਇੱਕ ਥਾਂ ਦੇ ਉੱਤੇ ਨਹੀਂ, ਇਹ ਪਹਿਲਾਂ ਪੰਜਾਬ ਵਾਲੇ ਏਰੀਏ 'ਚ ਸੈਟਲ ਹੁੰਦੇ ਨੇ, ਬਾਅਦ ਦੇ ਵਿੱਚ ਜਾ ਕੇ ਕੀ ਆ ਇਹ ਗੰਗਾ ਜਮਨਾ ਪਲੇਨਸ ਦੇ ਵਿੱਚ ਜਿਹੜਾ ਰੀਜਨ ਆ ਉੱਥੇ ਸੈਟਲ ਹੋ ਜਾਂਦੇ ਨੇ। ਹੁਣ ਨੈਕਸਟ ਆ ਜਾਂਦਾ ਆਇਰਨ ਪਲੋਇੰਗ। ਹੁਣ ਇਹਨਾਂ ਲੋਕਾਂ ਨੇ ਜਿਹੜੇ ਹੁਣ ਇੰਡਸ ਵੈਲੀ ਵਾਲੇ ਸੀਗੇ, ਇੰਡਸ ਵੈਲੀ ਵਾਲਿਆਂ ਦੇ ਉਹ ਆਇਰਨ ਦਾ ਨਹੀਂ ਸੀ ਪਤਾ ਹੁੰਦਾ, ਇਸ ਕਰਕੇ ਉਹ ਕਿਹੜੇ ਹੱਲ ਯੂਜ਼ ਕਰਦੇ ਹੁੰਦੇ ਸੀ, ਉਹ ਲੱਕੜ ਦੇ ਬਣੇ ਹੋਏ ਹੱਲ ਯੂਜ਼ ਕਰਦੇ ਹੁੰਦੇ ਸੀ। ਪਰ ਇਹਨਾਂ ਨੇ ਆਇਰਨ ਦੇ ਨਾਲ ਵੱਡੇ ਵੱਡੇ ਹੱਲ ਬਣਾ ਲਏ, ਜਿਹਦੇ ਨਾਲ ਕੀ ਆ ਐਗਰੀਕਲਚਰ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਗਿਆ। ਠੀਕ ਆ, ਤਾਂ ਇਹ ਚੀਜ਼ ਆ ਗਈ। ਉਸ ਤੋਂ ਬਾਅਦ ਕਾਟੇਜ ਇੰਡਸਟਰੀ, ਘਰੇਲੂ ਉਦਯੋਗ ਨੇ ਜਿਹੜੇ ਉਹ ਨੋਰਮਲੀ ਇਹਨਾਂ ਦੇ ਚੱਲ ਰਹੇ ਸੀਗੇ। ਜੋ ਕੁਛ ਵੀ ਮਤਲਬ ਨੋਰਮਲੀ ਸੁਨਿਆਰਾ ਚਾਂਦੀ ਦਾ ਕੰਮ ਕਰ ਰਿਹਾ, ਕੋਈ ਪੱਥਰਾਂ ਦੇ ਗਹਿਣੇ ਬਣਾ ਰਿਹਾ ਆ, ਹੈ ਨਾ, ਕੋਈ ਹੋਰ ਚੀਜ਼ਾਂ ਮਤਲਬ ਨੋਰਮਲੀ ਕੱਪੜੇ ਦਾ ਕੰਮ ਹੋ ਰਿਹਾ ਆ, ਜਾਂ ਹੋਰ ਨੋਰਮਲੀ ਮਤਲਬ ਜੋ ਵੀ ਜੁਲਾਏ ਸੂਤੀ ਕੱਪੜਾ, ਰੇਸ਼ਮੀ ਕੱਪੜਾ, ਕੋਈ ਲੱਕੜੀ ਦਾ ਕੰਮ ਕਰ ਰਿਹਾ, ਜਿਹੇ ਕੁਛ ਅਨੋਰਮਲ ਕੰਮ ਕੇ ਚੱਲਦੇ ਰਹਿੰਦੇ ਸੀਗੇ ਘਰਾਂ ਦੇ ਵਿੱਚ। ਉਸ ਤੋਂ ਨੈਕਸਟ ਟਰੇਡ ਐਂਡ ਕਮਰਸ, ਕਿਹਦੇ ਵਿੱਚ ਚੱਲਦਾ ਸੀ, ਬਾਰਟਰ ਸਿਸਟਮ, ਆਦਾਨ ਪ੍ਰਦਾਨ। ਮਤਲਬ ਮੇਰੇ ਕੋਲ ਕੋਈ ਚੀਜ਼ ਆ ਤਾਂ ਤੁਸੀਂ ਲੈ ਲਵੋ, ਅਤੇ ਜੇ ਤੁਹਾਡੇ ਕੋਲ ਕੋਈ ਵਾਧੂ ਚੀਜ਼ ਆ ਤਾਂ ਤੁਸੀਂ ਉਹਦੇ ਬਦਲੇ 'ਚ ਮੈਨੂੰ ਇਹ ਦੇ ਦਿਓ। ਅਤੇ ਜੇ ਬਾਰਟਰ ਸਿਸਟਮ ਨਹੀਂ ਚੱਲ ਰਿਹਾ ਤਾਂ ਦੈਨ ਕੀ ਆ, ਜੇ ਕੋਈ ਚੀਜ਼ ਖਰੀਦਣੀ ਆ ਤਾਂ ਦੈਨ ਕੀ ਆ, ਉਹਦੇ ਲਈ ਐਜ਼ ਆ ਗਾਵਾਂ ਨੇ ਜਿਹੜੀਆਂ, ਕਾਊਜ਼ ਨੇ ਜਿਹੜੀਆਂ, ਉਹ ਐਜ਼ ਆ ਕਰੰਸੀ ਯੂਜ਼ ਹੋ ਜਾਂਦੀਆਂ ਸੀਗੀਆਂ। ਕੁਛ ਕੁ ਸਿੱਕੇ ਜ਼ਰੂਰ ਮਿਲਦੇ ਨੇ ਰਿਗਵੈਦ ਦੇ ਅਨੁਸਾਰ। ਤਾਂ ਦੈਨ ਉਹ ਕੀ ਆ, ਨਿਸ਼ਕ। ਹੁਣ ਇਹ ਪੁੱਛ ਲਿਆ ਜਾਂਦਾ ਆ ਕਿ ਨਿਸ਼ਕ ਕੀ ਆ, ਤਾਂ ਨਿਸ਼ਕ ਵਾਜ਼ ਆ ਕੋਇਨ, ਜੋ ਰਿਗਵੈਦ ਦੇ ਵਿੱਚ ਸਾਨੂੰ ਜਿਹਦਾ ਜ਼ਿਕਰ ਮਿਲਦਾ ਆ, ਸਿਰਫ ਇੱਕੋ ਸਿੱਕੇ ਦਾ ਜ਼ਿਕਰ ਮਿਲਦਾ ਆ ਜਿਹੜਾ ਕਿ ਆ ਨਿਸ਼ਕ ਆ। ਠੀਕ ਆ, ਜਦੋਂ ਅਸੀਂ ਪੋਸਟ ਵੈਦਿਕ ਪੀਰੀਅਡ 'ਚ ਜਾਵਾਂਗੇ ਤਾਂ ਉੱਥੇ ਕਿ ਸਾਨੂੰ ਹੋਰ ਵੀ ਕੁਛ ਸਿੱਕੇ ਵਗੈਰਾ ਮਿਲਣੇ ਸਟਾਰਟ ਹੋ ਜਾਣਗੇ। ਹੁਣ ਟਰੇਡ ਜਿਹੜਾ ਸੀ ਉਹ ਟਰੇਡ ਚੱਲਦਾ ਸੀਗਾ। ਠੀਕ ਆ, ਰਿਗਵੈਦਾ ਦੇ ਵਿੱਚ ਇਹਨਾਂ ਜ਼ਰੂਰ ਦੱਸਿਆ ਗਿਆ ਵੀ ਜਿੱਥੋਂ ਆਰੀਅਨਸ ਆਏ ਉੱਥੇ ਸੀ ਨਹੀਂ ਸੀਗਾ, ਪਰ ਜਦੋਂ ਆਰੀਅਨਸ ਨੇ ਰਿਗਵੈਦਾ ਲਿਖਿਆ ਆ, ਉਹਨਾਂ ਮੰਤਰਾਂ ਦੀ ਉਚਾਰਨ ਹੋਇਆ, ਤਾਂ ਦੈਨ ਉਹਨਾਂ ਮੰਤਰਾਂ ਦੇ ਵਿੱਚ ਸਾਨੂੰ ਸਮੁੰਦਰ ਦੇ ਰਾਹੀਂ ਟਰੇਡ ਦੇ ਬਾਰੇ ਪਤਾ ਲੱਗਦਾ। ਸਾਨੂੰ ਕਈ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਕਿ 100 ਚੱਪੂਆਂ ਵਾਲਾ ਜਹਾਜ਼ ਹੁੰਦਾ ਸੀਗਾ, ਜਿਹਦੇ ਨਾਲ ਕੀ ਆ ਦੂਜੇ ਦੇਸ਼ਾਂ ਦੇ ਨਾਲ ਵਪਾਰ ਕੀਤਾ ਜਾਂਦਾ ਸੀ। ਤਾਂ ਮਤਲਬ ਇਸ ਤਰੀਕੇ ਦਾ ਟਰੇਡ ਆ ਜਿਹੜਾ ਉਹ ਦੂਜੇ ਜਿਹੜੇ ਕਿੰਗਡਮਸ ਨੇ ਉਹਨਾਂ ਦੇ ਨਾਲ ਮੇ ਵੀ ਚੱਲਦਾ ਹੋਊਗਾ। ਨੈਕਸਟ ਜਿਹੜਾ ਆ ਜਾਂਦਾ ਆ ਉਹ ਹੈਗਾ ਆ ਸੋਸ਼ਲ ਲਾਈਫ ਦੇ ਵਿੱਚ ਕਿ ਸਭ ਤੋਂ ਪਹਿਲਾਂ ਫੈਮਿਲੀ ਸਭ ਤੋਂ ਛੋਟੀ ਚੀਜ਼ ਆ ਜਾਂਦੀ ਆ। ਹੁਣ ਇਹਨੂੰ ਮੇਨਲੀ ਕੰਟਰੋਲ ਕੌਣ ਕਰਦਾ ਸੀ, ਕੁਲਪਤੀ ਜਾਂ ਗ੍ਰਹਿਪਤੀ। ਮੈਂ ਤੁਹਾਨੂੰ ਦੱਸਿਆ ਆ ਪਹਿਲਾਂ ਵੀ ਕਿ ਜਿਹੜਾ ਵੀ ਆਪਣੇ ਇੱਕ ਵੱਡਾ ਹੁੰਦਾ ਸੀਗਾ ਪਰਿਵਾਰ ਦੇ ਵਿੱਚ, ਵੱਡਾ ਮੇਲ ਹੁੰਦਾ ਸੀਗਾ, ਉਹ ਕੀ ਕਰਦਾ ਸੀਗਾ, ਉਹਦੇ ਅੰਡਰ ਹੀ ਸਾਰਿਆਂ ਨੂੰ ਰਹਿਣਾ ਪੈਂਦਾ ਸੀ, ਉਹਦੇ ਅਕੋਰਡਿੰਗ ਹੀ ਸਾਰਿਆਂ ਨੂੰ ਬਿਹੇਵ ਕਰਨਾ ਪੈਂਦਾ ਸੀਗਾ। ਅਤੇ ਉਹ ਮਤਲਬ ਇੱਕ ਤਰੀਕੇ ਦੇ ਨਾਲ ਉਹ ਆਪਣੇ ਮੈਂਬਰਾਂ ਨੂੰ, ਘਰ ਦੇ ਮੈਂਬਰਾਂ ਨੂੰ ਸਜ਼ਾ ਵੀ ਦੇ ਸਕਦਾ ਸੀਗਾ। ਈਵਨ ਕਈ ਸਾਨੂੰ ਅਜਿਹੀਆਂ ਐਗਜ਼ਾਮਪਲਸ ਵੀ ਮਿਲੀਆਂ ਨੇ ਜਿਹਦੇ ਵਿੱਚ ਕੀ ਆ, ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਅੰਨ੍ਹਾ ਕਰਵਾ ਦਿੱਤਾ ਕਿਉਂਕਿ ਉਹਦੀ ਗੱਲ ਨਹੀਂ ਸੀ ਸੁਣ ਰਿਹਾ। ਮਤਲਬ ਉਹ ਜੂਆ ਜਾਂ ਸ਼ਰਾਬ ਵਗੈਰਾ ਦੇ ਵਿੱਚ ਕੀ ਆ ਇੰਡਲਜ ਸੀਗਾ। ਠੀਕ ਆ, ਤਾਂ ਮਤਲਬ ਕੁਲਪਤੀ ਦੀ ਆਰਡਰ ਸਾਰੇ ਪਰਿਵਾਰ ਨੂੰ ਮੰਨਣੇ ਪੈਣਗੇ, ਕੋਈ ਵੀ ਇਹਦੇ ਆਰਡਰਸ ਨੂੰ ਮਨਾ ਨਹੀਂ ਕਰ ਸਕਦਾ। ਨੈਕਸਟ ਆ ਜਾਂਦਾ ਆ ਪੋਜੀਸ਼ਨ ਆਫ ਵੂਮੈਨ। ਹੁਣ ਵੂਮੈਨ ਦੀ ਪੋਜੀਸ਼ਨ ਕੀ ਆ, ਠੀਕ ਸੀਗੀ, ਵਧੀਆ ਸੀਗੀ ਇਹਦੇ ਵਿੱਚ, ਹੈ ਨਾ। ਇਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕੀ ਆ, ਘਰਾਂ ਦੇ ਕੰਮਾਂ ਦੇ ਲਈ ਕੁਛ ਨਾ ਕੁਛ ਜਿਹੜੀਆਂ ਜ਼ਰੂਰੀ ਸਿਖਲਾਈ ਆ ਉਹ ਦਿੱਤੀ ਜਾਂਦੀ ਸੀਗੀ। ਸਾਨੂੰ ਉਸ ਪੀਰੀਅਡ ਦੀਆਂ ਉਪਾਲਾ ਘੋਸ਼ਾ, ਵਿਸ਼ਵਵਰਾ, ਮੁਦਗਾਲਿਨੀ ਇਹਨਾਂ ਦੇ ਨਾਮ ਮਿਲਦੇ ਨੇ, ਲੋਪਾ ਮੁਦਰਾ, ਜਿਨ੍ਹਾਂ ਨੇ ਕੁਛ ਕੁ ਮੰਤਰ ਵੀ ਲਿਖੇ ਨੇ ਰਿਗਵੈਦਾ ਦੇ ਲਈ। ਠੀਕ ਆ, ਤਾਂ ਮੇਨਲੀ ਕੀ ਆ, ਹਰ ਇੱਕ ਤਿਉਹਾਰ ਦੇ ਵਿੱਚ ਇਹ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਸੀਗੀਆਂ। ਕੋਈ ਵੀ ਧਾਰਮਿਕ ਜਿਹੜਾ ਉਤਸਵ ਆ ਉਹ ਇਹਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰਾ ਨਹੀਂ ਸੀ ਮੰਨਿਆ ਜਾਂਦਾ। ਠੀਕ ਆ, ਇਹਨਾਂ ਨੂੰ ਮਾਲਕਣ ਕਿਹਾ ਜਾਂਦਾ ਸੀ, ਅਰਧਾਂਗਣੀ ਕਿਹਾ ਜਾਂਦਾ ਸੀ। ਸਾਰਾ ਕੁਝ ਚੀਜ਼ਾਂ ਕੀ ਨੇ ਨੋਰਮਲੀ ਚੱਲਦੀਆਂ ਸੀਗੀਆਂ। ਠੀਕ ਆ, ਇਹਨਾਂ ਦਾ ਵਿਆਹ ਵੀ ਜਵਾਨ ਹੋਏ 'ਤੇ ਕੀਤਾ ਜਾਂਦਾ ਸੀਗਾ। ਕਿਸੇ ਤਰੀਕੇ ਦੀ ਦਾਜ ਪ੍ਰਥਾ ਵਰਗੀਆਂ ਚੀਜ਼ਾਂ, ਸਤੀ ਪ੍ਰਥਾ ਵਾਲੀਆਂ ਚੀਜ਼ਾਂ, ਪਰਦਾ ਰਸਮ ਵਾਲੀਆਂ ਚੀਜ਼ਾਂ ਇੱਥੇ ਨਹੀਂ ਸੀਗੀਆਂ। ਵਿਧਵਾ ਵਿਆਹ ਕਰਨ ਦੀ ਵੀ ਮਤਲਬ ਇਜਾਜ਼ਤ ਸੀਗੀ ਸਾਰਿਆਂ ਨੂੰ। ਠੀਕ ਆ, ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਇੱਥੇ ਮਿਲਦੀ ਹੈ, ਇੱਕ ਨਿਯੋਗ ਸਿਸਟਮ ਦੇ ਬਾਰੇ ਪਤਾ ਲੱਗਦਾ ਸਾਨੂੰ। ਨਿਯੋਗ ਮਤਲਬ ਇਹਦੇ ਵਿੱਚ ਇਹ ਆ ਵੀ ਜੇ ਕਿਸੇ ਔਰਤ ਦਾ ਹਸਬੈਂਡ ਮਰ ਜਾਂਦਾ ਸੀਗਾ ਤਾਂ ਉਹਨੂੰ ਆਪਣੇ ਜੀਵਨ ਨਿਰਵਾਹ ਦੇ ਲਈ ਕੀ ਆ, ਆਪਣੇ ਬ੍ਰਦਰ ਇਨ ਲਾਅ ਮਤਲਬ ਛੋਟੇ ਦਿਓਰ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾ ਕੇ ਇੱਕ ਬੱਚੇ ਨੂੰ ਜਨਮ ਦੇਣ ਦੀ ਆਗਿਆ ਸੀਗੀ। ਤਾਂ ਇਸ ਪ੍ਰਥਾ ਨੂੰ ਕੀ ਕਿਹਾ ਜਾਂਦਾ ਸੀ, ਨਿਯੋਗ ਸਿਸਟਮ ਕਿਹਾ ਜਾਂਦਾ ਸੀਗਾ। ਠੀਕ ਆ, ਤਾਂ ਇਹਦੇ ਵਿੱਚ ਇਹਨੂੰ ਕਿਸੇ ਵੀ ਤਰੀਕੇ ਨਾਲ ਗਲਤ ਨਹੀਂ ਸੀ ਮੰਨਿਆ ਜਾਂਦਾ। ਇਹ ਜਸਟ ਇਹ ਮੰਨਿਆ ਜਾਂਦਾ ਸੀਗਾ ਕਿ ਔਰਤ ਦੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਮਰਦ ਦੀ ਲੋੜ ਹੁੰਦੀ ਆ ਜਾਂ ਔਲਾਦ ਦੀ ਲੋੜ ਹੁੰਦੀ ਆ। ਤਾਂ ਇਸੇ ਬੇਸ ਦੇ ਉੱਤੇ ਕੀ ਆ,
ਉਹਨੂੰ ਇਸ ਪ੍ਰਥਾ ਦਾ ਸਿਸਟਮ ਕੀ ਆ ਸਾਨੂੰ ਦੇਖਣ ਨੂੰ ਮਿਲਦਾ ਆ। ਠੀਕ ਆ, ਕਾਫੀ ਇੰਟਰਸਟਿੰਗ ਆ ਵੈਸੇ, ਬਟ ਚਲੋ ਨੈਕਸਟ ਆ ਜਾਂਦਾ ਆ ਕਾਸਟ ਸਿਸਟਮ। ਹੁਣ ਕਾਸਟ ਸਿਸਟਮ ਕੀ ਆ, ਕੋਈ ਕਾਫੀ ਜ਼ਿਆਦਾ ਰਿਜਡ ਸਿਸਟਮ ਨਹੀਂ ਸੀਗਾ। ਠੀਕ ਆ, ਇਹ ਕੰਮ ਦੇ ਉੱਤੇ ਆਧਾਰਿਤ ਸੀ, ਜਿਸ ਤਰੀਕੇ ਦਾ ਕੰਮ ਤੁਸੀਂ ਕਰ ਰਹੇ ਹੋ ਉਸੇ ਤਰੀਕੇ ਦਾ ਕੀ ਆ ਤੁਹਾਡੀ ਕਾਸਟ ਕੰਸੀਡਰ ਕਰ ਦਿੱਤੀ ਜਾਂਦੀ ਸੀ। ਵਰਨ, ਅਸਲ 'ਚ ਇਹਨੂੰ ਕਿਹਾ ਵਰਨ ਸਿਸਟਮ ਵੀ ਕਹਿ ਦਿੱਤਾ ਜਾਂਦਾ ਆ। ਠੀਕ ਆ, ਤਾਂ ਉਹ ਮੰਨ ਲਿਆ ਜਾਂਦਾ ਸੀਗਾ। ਈਵਨ ਰਿਗਵੈਦ ਦੇ ਵਿੱਚ ਕਿਤੇ ਵੀ ਕਾਸਟ ਸਿਸਟਮ ਦਾ ਜ਼ਿਕਰ ਨਹੀਂ ਕੀਤਾ ਗਿਆ, ਸਿਰਫ ਅਤੇ ਸਿਰਫ ਇੱਕ ਪੁਰਸ਼ ਸੂਕਤ ਮਿਲਦਾ ਆ। ਪੁਰਸ਼ ਸੂਕਤ ਜਿਹੜਾ ਰਿਗਵੈਦ ਦਾ 10ਵਾਂ ਮੰਡਲ ਆ ਉਹਦੇ ਵਿੱਚ ਪੁਰਸ਼ ਸੂਕਤ ਦਾ ਜ਼ਿਕਰ ਆਉਂਦਾ। ਉਹਦੇ ਵਿੱਚ ਇਹਨਾਂ ਜਾਤਾਂ ਦੇ ਬਾਰੇ ਕੀ ਆ ਜ਼ਿਕਰ ਆਉਂਦਾ ਆ, ਜਿਹਦੇ ਵਿੱਚ ਦੱਸਿਆ ਜਾਂਦਾ ਆ ਕਿ 4 ਜਾਤਾਂ ਹੁੰਦੀਆਂ ਨੇ, ਜਿਹਦੇ ਵਿੱਚ ਜੋ ਕਹਿ ਲਓ ਬ੍ਰਾਹਮਣ ਨੇ ਉਹ ਬ੍ਰਹਮਾ ਦੇ ਮੂੰਹ ਦੇ ਵਿੱਚੋਂ, ਜੋ ਖੱਤਰੀ ਨੇ ਉਹਦੀਆਂ ਬਾਹਾਂ ਦੇ ਵਿੱਚੋਂ, ਅਤੇ ਜੋ ਵੈਸ਼ ਨੇ ਉਹਦੇ ਢਿੱਡ ਦੇ ਵਿੱਚੋਂ, ਅਤੇ ਜੋ ਸ਼ੂਦਰਾਜ ਨੇ ਉਹਦੇ ਪੈਰਾਂ ਦੇ ਵਿੱਚੋਂ ਨਿਕਲੇ ਨੇ। ਪਰ ਇਹ ਬੇਸਿਕਲੀ ਕਿਹਾ ਜਾਂਦਾ ਹੈ ਕਿ ਐਟ ਦਾ ਟਾਈਮ ਇੰਨਾ ਜ਼ਿਆਦਾ ਰਿਜਡ ਸਿਸਟਮ ਸੀ, ਲੋਕਾਂ ਨੂੰ ਇੰਨੀ ਨਫ਼ਰਤ ਨਹੀਂ ਸੀ ਕੀਤੀ ਜਾਂਦੀ, ਸਾਰਿਆਂ ਨੂੰ ਸਮਾਨ ਮੰਨਿਆ ਜਾਂਦਾ ਸੀ। ਕੋਈ ਵੀ ਬੰਦਾ ਆਪਣੇ ਕੰਮ ਨੂੰ ਛੱਡ ਕੇ ਦੂਸਰਾ ਕੰਮ ਅਪਣਾ ਸਕਦਾ ਸੀਗਾ, ਅਤੇ ਅਜਿਹੀਆਂ ਐਗਜ਼ਾਮਪਲਸ ਵਾਧੂ ਮਿਲਦੀਆਂ ਨੇ। ਅਤੇ ਜਿਹੜਾ ਪੁਰਸ਼ ਸੂਕਤ ਦੀ ਗੱਲ ਆ, ਇਹ ਬੇਸਿਕਲੀ ਕੀ ਆ, ਇਹ ਕਹਿੰਦੇ ਵੀ ਬਾਅਦ ਦੇ ਵਿੱਚ ਨਾ ਕੁਛ ਕੁ ਲਾਲਚੀ ਬ੍ਰਾਹਮਣ ਨੇ ਜਿਹੜੇ, ਜਾਂ ਕੁਛ ਕੁ ਉਹਨਾਂ ਨੇ ਆਪਣੀ ਸ੍ਰੇਸ਼ਟਤਾ ਕਾਇਮ ਕਰਨ ਦੇ ਲਈ ਕਿ ਅਜਿਹੀਆਂ ਚੀਜ਼ਾਂ ਵਿੱਚ ਰਿਗਵੈਦ ਦੇ ਜੋੜਤੀਆਂ। ਓਰੀਜਨਲੀ ਇਹ ਕਿਤੇ ਵੀ, ਬਾਕੀ ਇਸ ਤੋਂ ਇਲਾਵਾ ਕਿਤੇ ਵੀ ਸਾਨੂੰ ਜਾਤੀ ਸਿਸਟਮ ਦੇ ਬਾਰੇ ਨਹੀਂ ਪਤਾ ਲੱਗਦਾ ਹੈਗਾ। ਠੀਕ ਆ, ਤਾਂ ਯਾਦ ਰੱਖਿਓ ਪੁਰਸ਼ ਸੂਕਤ ਦੇ ਵਿੱਚ ਰਿਗਵੈਦ ਦੇ 10ਵੇਂ ਮੰਡਲ ਦੇ ਵਿੱਚ ਪੁਰਸ਼ ਸੂਕਤ ਆ ਜਿਹੜਾ, ਉੱਥੇ ਸਿਰਫ ਕਾਸਟ ਸਿਸਟਮ ਦਾ ਜ਼ਿਕਰ ਆਉਂਦਾ, ਹੋਰ ਕਿਤੇ ਵੀ ਜ਼ਿਕਰ ਨਹੀਂ ਆਉਂਦਾ। ਉਸ ਤੋਂ ਨੈਕਸਟ ਆ ਜਾਂਦਾ ਐਜੂਕੇਸ਼ਨ। ਐਜੂਕੇਸ਼ਨ ਆ ਜਿਹੜੀ ਉਹ ਨਿੱਜੀ ਟਿਊਟਰਸ ਦੇ ਵੱਲੋਂ ਦਿੱਤੀ ਜਾਂਦੀ ਸੀਗੀ। ਗੁਰੂਕੁਲਸ ਜਿਹੜੇ ਜੰਗਲਾਂ ਦੇ ਵਿੱਚ ਸਥਾਪਿਤ ਹੁੰਦੇ ਸੀ, ਉੱਥੇ ਹੀ ਇਹਨਾਂ ਦੀ ਐਜੂਕੇਸ਼ਨ ਆ ਕਰਵਾਈ ਜਾਂਦੀ ਸੀਗੀ। ਠੀਕ ਆ, ਅਤੇ ਮੇਨਲੀ ਫੋਕਸ ਹੁੰਦਾ ਸੀਗਾ ਵੈਦਿਕ ਲਿਟਰੇਚਰ ਪੜ੍ਹਾਉਣ ਦੇ ਉੱਤੇ। ਠੀਕ ਆ, ਵੈਦਿਕ ਲਿਟਰੇਚਰ ਕੀ ਆ, ਵੇਦ ਪੜ੍ਹਾ ਦਿਓ, ਉਪਨਿਸ਼ਦ ਪੜ੍ਹਾ ਦਿਓ। ਠੀਕ ਆ, ਬ੍ਰਾਹਮਣਸ ਪੜ੍ਹਾ ਦਿਓ, ਆਰਨੈਕਸ ਪੜ੍ਹਾ ਦਿਓ। ਠੀਕ ਆ, ਉਸ ਤੋਂ ਬਾਅਦ 'ਚ ਆਹ ਜਿਹੜੇ ਸਬਜੈਕਟ ਨੇ ਇਹਨਾਂ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਸੀਗਾ, ਜਿਵੇਂ ਮੈਥਮੈਟਿਕਸ ਹੋ ਗਿਆ, ਮੋਰੈਲਿਟੀ ਹੋ ਗਿਆ, ਹੈ ਨਾ, ਮੋਰਲ ਐਜੂਕੇਸ਼ਨ ਜਾਂ ਐਸਟਰੋਲੋਜੀ ਜਿਹਨੂੰ ਅਸੀਂ ਜੋਤਿਸ਼ ਵਿੱਦਿਆ ਕਹਿ ਦਿੰਦੇ ਹਾਂ। ਸਿਰਫ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਸੀ, ਹੋਰ ਕਿਸੇ ਚੀਜ਼ ਦੇ ਉੱਤੇ ਨਹੀਂ। ਠੀਕ ਆ, ਹੁਣ ਨੈਕਸਟ ਆ ਜਾਂਦਾ ਉਹਨਾਂ ਦਾ ਪਹਿਰਾਵਾ। ਪਹਿਰਾਵੇ ਦੇ ਵਿੱਚ ਤੁਸੀਂ ਇੰਨੀ ਚੀਜ਼ ਦੇਖਣੀ ਆ, ਉਹ ਰੇਸ਼ਮੀ ਸੂਤੀ ਜੋ ਵੀ ਕੱਪੜੇ ਨੇ ਉਹ ਆਲਰੇਡੀ ਯੂਜ਼ ਕਰ ਰਹੇ ਸੀਗੇ, ਇੰਡਸ ਵੈਲੀ ਵਾਲੇ ਵੀ ਯੂਜ਼ ਕਰ ਰਹੇ ਸੀ, ਇਹ ਵੀ ਕਰ ਰਹੇ ਨੇ। ਠੀਕ ਆ, ਤਾਂ ਇਹਨਾਂ ਦੇ ਕੱਪੜਿਆਂ ਨੂੰ ਅਸੀਂ 3 ਪਾਰਟਸ ਡਿਵਾਈਡ ਕਰ ਸਕਦੇ ਹਾਂ। ਨੀਵੀ ਜਿਹੜੇ ਇਨਰ ਵੇਅਰਸ, ਜਿਵੇਂ ਆਪਾਂ ਜੋ ਆਪਣੇ ਅੰਡਰਵੇਅਰਸ ਹੁੰਦੇ ਨੇ, ਠੀਕ ਆ, ਜਾਂ ਇਨਰ ਵੇਅਰਸ ਜੋ ਅਸੀਂ ਪਹਿਨਦੇ ਹਾਂ, ਕੱਪੜਿਆਂ ਦੇ ਹੇਠਾਂ ਪਹਿਨਦੇ ਹਾਂ, ਉਹਨੂੰ ਨੀਵੀ ਕਿਹਾ ਜਾਂਦਾ ਸੀਗਾ। ਵਾਸ ਜਿਵੇਂ ਲੋਅਰ ਪਾਰਟ ਨੂੰ, ਜਿਵੇਂ ਅਸੀਂ ਮੇਲਸ ਜੋ ਪੈਂਟ ਵਗੈਰਾ ਜਾਂ ਪਜਾਮਾ ਵਗੈਰਾ ਜਾਂ ਲੋਅਰਸ ਵਗੈਰਾ ਪਹਿਨ ਲੈਂਦੇ ਹਾਂ, ਤਾਂ ਲੋਅਰ ਪਾਰਟ ਨੂੰ ਢੱਕਣ ਦੇ ਲਈ ਜਿਹੜਾ ਕੱਪੜੇ ਯੂਜ਼ ਕੀਤੇ ਜਾਂਦੇ ਉਹਨਾਂ ਵਾਸ ਕਿਹਾ ਜਾਂਦਾ ਸੀਗਾ। ਅਤੇ ਅਧਿਵਾਸ ਆ ਜਿਹੜਾ, ਅਧਿਵਾਸ ਅੱਪਰ, ਜਿਵੇਂ ਕਮੀਜ਼ ਪਾ ਲਈ, ਸ਼ਰਟ ਪਾ ਲਈ ਜਾਂ ਜੈਕਟ ਪਹਿਨ ਲਈ, ਹੈ ਨਾ, ਅੱਪਰ ਪਾਰਟ ਆਫ ਬੋਡੀ ਨੂੰ ਢੱਕਣ ਦੇ ਲਈ ਜੋ ਚੀਜ਼ਾਂ ਅਸੀਂ ਯੂਜ਼ ਕਰ ਰਹੇ ਹਾਂ ਉਹਨੂੰ ਕੀ ਕਿਹਾ ਜਾਂਦਾ ਆ, ਅਧਿਵਾਸ ਕਿਹਾ ਜਾਂਦਾ ਆ। ਠੀਕ ਆ, ਅਤੇ ਉਹਨਾਂ ਦੀ ਡਾਇਟ ਉਹ ਬੇਸਿਕਲੀ ਵੈਜੀਟੇਰੀਅਨ ਸੀਗੇ, ਬਟ ਓਕੇਸ਼ਨਲੀ ਨੋਨ ਵੈਜ ਵੀ ਖਾ ਲੈਂਦੇ ਸੀਗੇ ਉਹ, ਜਿਵੇਂ ਯੱਗ ਵਗੈਰਾ ਦੇ ਵਿੱਚ ਕੀ ਆ ਬਲੀਆਂ ਦਿੱਤੀਆਂ ਜਾਂਦੀਆਂ ਸੀ, ਤਾਂ ਜਾਨਵਰਾਂ ਦਾ ਮਾਸ ਪਕਾਇਆ ਜ਼ਰੂਰ ਜਾਂਦਾ ਸੀਗਾ। ਮਤਲਬ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਸੀਗੇ ਕਿ ਉਹਨਾਂ ਨੇ ਨੋਨ ਵੈਜ ਨਹੀਂ ਖਾਣਾ, ਉਹ ਨੋਨ ਵੈਜ ਵੀ ਖਾਂਦੇ ਸੀਗੇ, ਬਟ ਓਕੇਸ਼ਨਲੀ ਖਾਂਦੇ ਸੀਗੇ। ਮੋਸਟਲੀ ਉਹ ਵੈਜੀਟੇਰੀਅਨ ਸੀਗੇ। ਅਤੇ ਜਿਹੜਾ ਚੀਜ਼ ਨਹੀਂ ਸੀ ਖਾਂਦੇ ਉਹ ਸੀਗੀ ਬੀਫ ਮਤਲਬ ਕਾਓ ਦਾ ਮਾਸ ਆ, ਜਿਹੜਾ ਗਾਂ ਦਾ ਮਾਸ ਆ, ਉਹ ਟੋਟਲੀ ਪ੍ਰੋਹਿਬਿਟਡ ਸੀ, ਕਿਉਂਕਿ ਗਾਂ ਨੂੰ ਉਹ ਮੰਨਦੇ ਨੇ ਪਵਿੱਤਰ ਦਰਜਾ ਦਿੱਤਾ ਹੋਇਆ ਉਹਨਾਂ ਨੇ। ਠੀਕ ਆ, ਨੈਕਸਟ ਆ ਜਾਂਦਾ ਆ, ਇੱਕ ਸਾਨੂੰ ਰਿਗਵੈਦ ਦੇ ਵਿੱਚ ਜ਼ਿਕਰ ਮਿਲਦਾ ਸੁਰਾ ਅਤੇ ਸੋਮਰਸ ਦਾ। ਠੀਕ ਆ, ਤਾਂ ਇੱਕ ਤਰੀਕ ਦੀਆਂ ਇਹ ਸ਼ਰਾਬਸ ਨੇ, ਸ਼ਰਾਬ ਹੀ ਆ, ਸ਼ਰਾਬ ਦੀ ਕੰਡੀਸ਼ਨ ਆਪਾਂ ਮੰਨ ਸਕਦੇ ਹਾਂ। 9th ਮੰਡਲ ਆਫ ਰਿਗਵੈਦ ਦੇ ਵਿੱਚ ਜ਼ਿਕਰ ਆਉਂਦਾ ਆ। ਸੋਮਰਸ ਉਹ ਆ ਜਿਹੜੇ ਦੇਵਤਾ ਪੀਂਦੇ ਨੇ, ਹੈ ਨਾ, ਇਹ ਜੋ ਵੀ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਜਾਂਦਾ ਸੀ, ਅਤੇ ਯੱਗਾਂ ਦੇ ਵਿੱਚ ਕੀ ਆ ਇਹਦੀ ਆਹੂਤੀ ਦਿੱਤੀ ਜਾਂਦੀ ਸੀ। ਅਤੇ ਆਮ ਓਕੇਸ਼ਨਲੀ ਲੋਕ ਮਤਲਬ ਤਿਉਹਾਰਾਂ ਦੇ ਉੱਤੇ, ਫੈਸਟੀਵਲਸ ਦੇ ਉੱਤੇ ਕੀ ਆ ਸੋਮਰਸ ਪੀਂਦੇ ਹੁੰਦੇ ਸੀਗੇ, ਅਤੇ ਇਹਨੂੰ ਮਾੜਾ ਨਹੀਂ ਮੰਨਿਆ ਜਾਂਦਾ ਸੀ, ਇਹਨੂੰ ਸਹੀ ਮੰਨਿਆ ਜਾਂਦਾ ਸੀ, ਵਧੀਆ ਮੰਨਿਆ ਜਾਂਦਾ ਸੀਗਾ ਇਹਨੂੰ। ਠੀਕ ਆ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੁਰਾ, ਤਾਂ ਸੁਰਾ ਦਾ ਮਤਲਬ ਹੁੰਦਾ ਸ਼ਰਾਬ, ਹੈ ਨਾ, ਤਾਂ ਇਹ ਨਸ਼ੇ ਵਾਲੇ ਪਦਾਰਥ ਹੀ ਸੀਗੇ ਬੇਸਿਕਲੀ, ਬਟ ਸੋਮਰਸ ਨੂੰ ਵਧੀਆ ਮੰਨਿਆ ਜਾਂਦਾ ਸੀ ਕਿਉਂਕਿ ਓਕੇਸ਼ਨਲੀ ਸੀ, ਅਤੇ ਦੇਵਤਾਵਾਂ ਨੂੰ ਭੋਗ ਲੱਗਦੇ ਸੀ ਇਹਦੇ, ਅਤੇ ਸੁਰਾ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ, ਇਹਨੂੰ ਬੁਰਾ ਮੰਨਿਆ ਜਾਂਦਾ ਸੀਗਾ। ਅਤੇ ਇਹ ਕੀ ਆ ਮਤਲਬ ਇੱਕ ਸ਼ਰਾਬ ਦੇ ਲੈਵਲ ਦੀ ਆ ਜਾਂਦੀ ਸੀ, ਹੈ ਨਾ, ਜਿਵੇਂ ਆਪਾਂ ਕਹਿ ਲਈਏ ਵੀ ਜੇ ਸ਼ਰਾਬ ਨੂੰ ਐਜ਼ ਆ ਦਾਰੂ ਪੀਤਾ ਜਾਵੇ, ਹੈ ਨਾ, ਤਾਂ ਦੈਨ ਕੀ ਆ ਦਾਰੂ ਨਹੀਂ ਮਾੜੀ ਹੁੰਦੀ, ਸ਼ਰਾਬ ਮਾੜੀ ਹੁੰਦੀ ਆ। ਦਾਰੂ ਦਾ ਮਤਲਬ ਕੀ ਆ,
ਤੁਹਾਡੀ ਕਿਸੇ ਨਾ ਕਿਸੇ ਤਰੀਕੇ ਦੀ ਮੈਡੀਕੇਸ਼ਨ ਦਾ ਕੰਮ ਕਰਦੀ ਆ ਉਹ। ਬਟ ਸ਼ਰਾਬ ਆ ਜਿਹੜੀ, ਸ਼ਰਾਬ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਆ। ਉਸੇ ਤਰੀਕੇ ਨਾਲ ਕਹਿ ਲਓ ਵੀ ਸੋਮਰਸ ਜਿਹੜਾ ਆ ਇੱਕ ਤਰੀਕੇ ਦਾ ਮੈਡੀਕੇਸ਼ਨ ਦਾ ਕੰਮ ਕਰਦਾ, ਕਿਉਂਕਿ ਇਹਦੇ ਵਿੱਚ ਜੜੀ ਬੂਟੀਆਂ ਪੈਂਦੀਆਂ ਸੀਗੀਆਂ, ਸੰਜੀਵਨੀ ਬੂਟੀ ਵਗੈਰਾ ਕਹਿੰਦੇ ਸੀਗੇ। ਅਤੇ ਸੁਰਾ ਆ ਜਿਹੜੀ ਇਹ ਬੇਸਿਕਲੀ ਕੀ ਸੀਗੀ, ਸ਼ਰਾਬ ਦੇ ਪੁਆਇੰਟ ਆਫ ਵਿਊ ਤੋਂ। ਨੈਕਸਟ ਆ ਜਾਂਦਾ ਅਮਿਊਜ਼ਮੈਂਟ। ਹੁਣ ਅਮਿਊਜ਼ਮੈਂਟ ਦੇ ਵਿੱਚ ਕੀ ਆ, ਉਹ ਬੇਸਿਕਲੀ ਕਿਹੜੀਆਂ ਕਿਹੜੀਆਂ ਚੀਜ਼ਾਂ ਯੂਜ਼ ਕਰਦੇ ਸੀਗੇ, ਉਹ ਹੈਗਾ ਆ ਜਿਵੇਂ ਹਾਰਸ ਰੇਸ, ਘੋੜੇ ਦੀਆਂ ਦੌੜ ਕਰਾ ਲਿਆ, ਗੈਂਬਲਿੰਗ ਜੂਆ ਵਗੈਰਾ ਖੇਡ ਲੈਣਾ, ਠੀਕ ਆ। ਅਤੇ ਆਪਣੇ ਤਿਉਹਾਰਾਂ ਵਗੈਰਾ ਦੇ ਉੱਤੇ ਕੀ ਆ, ਉਹ ਢੋਲ ਬਾਂਸੁਰੀ, ਵੀਣਾ ਜਾਂ ਮਦਰੰਗ ਵਗੈਰਾ ਵਰਗੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕੀ ਆ, ਆਮ ਹੀ ਯੂਜ਼ ਕਰ ਲੈਂਦੇ ਹੁੰਦੇ ਸੀਗੇ, ਠੀਕ ਆ। ਨੈਕਸਟ ਅਸੀਂ ਦੇਖਦੇ ਹਾਂ ਇਹਨਾਂ ਦੀ ਰਿਲੀਜੀਅਸ ਲਾਈਫ। ਰਿਲੀਜੀਅਸ ਲਾਈਫ ਦੇ ਵਿੱਚ ਇਹ ਬੇਸਿਕਲੀ ਮੋਨੋਥੀਜ਼ਮ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਮਤਲਬ ਇਹ ਮੰਨਦੇ ਸੀਗੇ ਵੀ ਪਰਮਾਤਮਾ ਇੱਕੋ ਹੀ ਆ, ਪਰਮਾਤਮਾ ਇੱਕ ਆ, ਅਤੇ ਇਹ ਜਿਹੜੇ ਗੋਡ ਜਿਹੜੇ ਦੇਵਤੇ ਨੇ, ਦੇਵਤੇ ਕੀ ਆ, ਉਹਦਾ ਹੀ ਰੂਪ ਨੇ ਇੱਕ ਤਰੀਕੇ ਦੇ, ਠੀਕ ਆ। ਇੱਕ ਪਰਮਾਤਮਾ ਦੇ ਰੂਪ ਨੇ। ਜਿਵੇਂ ਆਪਾਂ ਕਹਿ ਲਓ ਕਿ ਅਸੀਂ ਪਰਮਾਤਮਾ ਨੂੰ ਈਸ਼ਵਰ ਵੀ ਕਹਿ ਦਿੰਦੇ ਹਾਂ, ਪਰਮਾਤਮਾ ਵੀ ਕਹਿ ਦਿੰਦੇ ਹਾਂ, ਅੱਲਾ ਵੀ ਕਹਿ ਦਿੰਦੇ ਹਾਂ, ਵਾਹਿਗੁਰੂ ਵੀ ਕਹਿ ਦਿੰਦੇ ਹਾਂ, ਹੈ ਨਾ, ਕ੍ਰਾਈਸਟ ਵੀ ਕਹਿ ਦਿੰਦੇ ਹਾਂ, ਸਭ ਕੁਛ ਕਹਿ ਦਿੰਦੇ ਹਾਂ, ਹੈ ਨਾ। ਪਰ ਇਹ ਇਹੀ ਚੀਜ਼ ਨੂੰ ਕਹਿੰਦੇ ਨੇ ਕਿ ਉਹ ਪਰਮਾਤਮਾ ਸਿਰਫ ਇੱਕੋ ਹੀ ਆ, ਪਰ ਇਹ ਜਿਹੜੇ ਦੇਵਤੇ ਨੇ, ਇਹ ਦੇਵਤੇ ਕੀ ਆ, ਉਹਦੀ ਇੱਕ ਤਰੀਕੇ ਦੀ ਜੋਤ ਨੇ, ਠੀਕ ਆ। ਇੱਕ ਤਰੀਕੇ ਦੇ ਉਹਦੇ ਕੀ ਨੇ, ਆਪਾਂ ਨੂੰ ਕਹਿ ਲਓ ਵੀ ਉਹਦੀ ਰਿਪਰਜੈਂਟੇਸ਼ਨ ਨੇ, ਹੈ ਨਾ, ਰਿਪਰਜੈਂਟੇਟਿਵਸ ਨੇ। ਤਾਂ ਨਾਲ ਦੀ ਨਾਲ ਇਹ ਮੋਨੋਥੀਜ਼ਮ 'ਚ ਵਿਸ਼ਵਾਸ ਰੱਖਦੇ ਸੀ, ਪਲੱਸ ਇਹ ਨੇਚਰ ਨੂੰ ਕੀ ਆ, ਵਰਸ਼ਿਪ ਕਰਦੇ ਸੀ, ਕੁਦਰਤ ਦੀ ਪੂਜਾ ਕਰਦੇ ਸੀ। ਟੋਟਲ ਲੈਵਲ ਦੇ ਉੱਤੇ 33 ਵੈਦਿਕ ਜਿਹੜੇ ਗੋਡਸ ਨੇ ਉਹਨਾਂ ਦੇ ਬਾਰੇ ਪਤਾ ਲੱਗਦਾ, 33 ਗੋਡਸ ਦੇ ਬਾਰੇ ਪਤਾ ਲੱਗਦਾ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਡਿਫਾਈਨ ਕੀਤਾ ਸੀ ਗੋਡ ਆਫ ਸਕਾਈ, ਗੋਡ ਆਫ ਅਰਥ, ਗੋਡ ਆਫ ਇਨਵਾਇਰਮੈਂਟ। ਤਾਂ ਹਰੇਕ ਕੈਟਾਗਰੀ ਦੇ ਵਿੱਚ 11 ਆਉਂਦੇ ਨੇ, ਠੀਕ ਆ। ਆਕਾਸ਼ ਦੇ ਦੇਵਤਾ, ਧਰਤੀ ਦੇ ਦੇਵਤਾ ਅਤੇ ਵਾਤਾਵਰਣ ਦੇ ਦੇਵਤਾ, ਠੀਕ ਆ। ਤਾਂ ਇੰਦਰਾ ਜੋ ਆ, ਇੰਦਰ ਇਹਨਾਂ ਦਾ ਮੇਨ ਗੋਡ ਸੀਗਾ, ਹੈ ਨਾ, ਜਿਹਨੂੰ ਇਹ ਰੇਨ ਦੇ ਲਈ ਅਤੇ ਵਾਰਫੇਅਰ ਦੇ ਲਈ ਕਿਹਾ ਇਹਦੀ ਮਤਲਬ ਕਿ ਪੂਜਾ ਕਰਦੇ ਸੀ। ਮਤਲਬ ਜਾਂ ਤਾਂ ਬਾਰਿਸ਼ ਦੇ ਲਈ ਪੂਜਾ ਕਰਦੇ ਸੀਗੇ ਅਤੇ ਜਾਂ ਫਿਰ ਕੀ ਆ, ਵਾਰਫੇਅਰ ਦੇ ਲਈ ਪੂਜਾ ਕਰਦੇ ਸੀਗੇ। ਤਾਂ ਇੰਦਰ ਇਹਨਾਂ ਦਾ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਂਦਾ ਆ। ਉਸ ਤੋਂ ਨੈਕਸਟ ਜਿਹੜਾ ਆ ਜਾਂਦਾ ਆ, ਹੁਣ ਇੰਦਰ ਕਿਹਦੇ 'ਚ ਆਊਗਾ, ਆਕਾਸ਼ ਦੇ ਦੇਵਤਾ ਦੇ ਵਿੱਚ ਆਊਗਾ, ਠੀਕ ਆ। ਨੈਕਸਟ ਜਿਹੜਾ ਆ ਜਾਂਦਾ ਅਗਨੀ ਆ ਬੇਸਿਕਲੀ ਕੀ ਆ, ਕੋਈ ਵੀ ਯੱਗ, ਕੋਈ ਵੀ ਕਰਮਕਾਂਡ ਜ਼ਿੰਦਗੀ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਗ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਖਾਣ ਪੀਣ ਵੀ ਸਾਡਾ ਅੱਗ ਦੇ ਉੱਤੇ ਬੇਸਡ ਆ, ਇਸ ਕਰਕੇ ਇਹਨੂੰ ਕੀ ਆ, ਗੋਡ ਆਫ ਅਰਥ ਕਿਹਾ ਜਾਂਦਾ ਸੀ, ਅਤੇ ਇਹਨੂੰ ਕੀ ਆ, ਦੂਸਰੇ ਨੰਬਰ ਦਾ ਮਤਲਬ ਮੰਨਿਆ ਜਾਂਦਾ ਸੀਗਾ, ਠੀਕ ਆ। ਇਸ ਤੋਂ ਇਲਾਵਾ ਆ ਜਾਂਦਾ ਵਰੁਣ ਕੀ ਆ, ਹਵਾ ਦੇ ਨਾਲ ਰਿਲੇਟਡ ਆ, ਤਾਂ ਇਹਨੂੰ ਕੀ ਆ, ਗੋਡ ਆਫ ਇਨਵਾਇਰਮੈਂਟ ਮੰਨਿਆ ਜਾਂਦਾ ਸੀ। ਇਹ ਤੀਸਰੇ ਨੰਬਰ 'ਤੇ ਆ ਜਾਂਦਾ ਸੀਗਾ। ਪਹਿਲੇ 'ਤੇ ਇੰਦਰ, ਦੂਜੇ ਦੇ ਉੱਤੇ ਅਗਨੀ, ਤੀਸਰੇ ਦੇ ਉੱਤੇ ਵਰੁਣ ਆ ਜਾਂਦਾ ਸੀਗਾ, ਠੀਕ ਆ। ਉਸ ਤੋਂ ਇਲਾਵਾ ਜਿਹੜਾ ਕਹਿ ਲਓ ਸਨ ਆ ਜਿਹੜਾ, ਇਹਨੂੰ ਵੀ ਆਕਾਸ਼ ਦਾ ਦੇਵਤਾ ਮੰਨਿਆ ਜਾਂਦਾ ਸੀਗਾ। ਸਨ ਦੀ ਵੀ ਇਹ ਲੋਕ ਕੀ ਆ, ਪੂਜਾ ਕਰਦੇ ਸੀਗੇ, ਠੀਕ ਆ। ਅਤੇ ਨੋਰਮਲੀ ਇਹਨੂੰ ਮੰਨਿਆ ਜਾਂਦਾ ਸੀਗਾ ਵੀ ਇਹ ਸਾਨੂੰ ਗਰਮੀ ਦੇਣ ਦੇ ਲਈ, ਬਨਸਪਤੀ ਵਗੈਰਾ ਦੇ ਲਈ, ਟਰੀਜ਼ ਵਗੈਰਾ ਦੇ ਲਈ ਗਿਆ, ਕਾਫੀ ਹੱਦ ਤੱਕ ਇੰਪੋਰਟੈਂਟ ਚੀਜ਼ਾਂ ਸੀਗੀਆਂ, ਠੀਕ ਆ। ਹੁਣ ਜਿਹੜੇ ਦੇਵਤੇ ਸੀ, ਦੇਵਤਾਵਾਂ ਨੂੰ ਕੀ ਆ, ਦੇਵੀਆਂ ਦੇ ਨਾਲੋਂ ਵੱਧ ਰਿਸਪੈਕਟ ਮਿਲਦੀ ਸੀ। ਬਟ ਉੱਥੇ ਗੋਡੈਸ ਵੀ ਸੀਗੀਆਂ, ਗੋਡੈਸ ਮਤਲਬ ਦੇਵੀਆਂ ਵੀ ਸੀਗੀਆਂ, ਜਿਨ੍ਹਾਂ ਦੇ ਵਿੱਚ ਊਸ਼ਾ ਮੇਨ ਸੀਗੀ। ਊਸ਼ਾ ਨੂੰ ਸਭ ਤੋਂ ਮੇਨ ਮੰਨਿਆ ਜਾਂਦਾ ਆ। ਇਹਨੂੰ ਸੂਰਜ ਦੀ ਜਨਨੀ ਮੰਨਿਆ ਜਾਂਦਾ ਆ, ਇਹਨੂੰ ਸਨ ਦੀ ਕੀ ਆ, ਜਨਨੀ ਮੰਨਿਆ ਜਾਂਦਾ। ਇਸ ਕਰਕੇ ਇਹਦੀ ਕੀ ਮਤਲਬ ਕਿ ਸਭ ਤੋਂ ਵੱਧ ਪੂਜਾ ਕੀਤੀ ਜਾਂਦੀ ਆ। ਉਸ ਤੋਂ ਬਾਅਦ ਰਾਤ ਦੀ ਦੇਵੀ ਅਰਨਈ ਆ ਜਿਹੜੀ, ਸਰਸਵਤੀ ਆ, ਅਤੇ ਅਰਥ, ਠੀਕ ਆ, ਇਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਆ। ਜਿਵੇਂ ਅਰਨਈ ਆ ਜਿਹੜੇ ਰਾਤਰੀ, ਇਹ ਊਸ਼ਾ ਆ ਜਿਹੜੀ, ਊਸ਼ਾ ਨੂੰ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਰੀਕੇ ਦੀ ਸੂਰਜ ਦੀ ਜਨਨੀ ਜਿਵੇਂ ਕਹਿ ਲਓ, ਠੀਕ ਆ। ਅਤੇ ਜਿਹੜੀ ਰਾਤਰੀ ਆ, ਇਹ ਰਾਤ ਦੀ ਦੇਵੀ, ਅਰਨਈ ਆ ਜਿਹੜੀ, ਇਹ ਜੰਗਲ ਦੀ ਦੇਵੀ ਆ, ਠੀਕ ਆ, ਫੋਰੈਸਟ ਦੀ ਦੇਵੀ ਆ ਇਹ। ਸਰਸਵਤੀ ਆ ਜਿਹੜੀ, ਸਰਸਵਤੀ ਨੂੰ ਅਸੀਂ ਕਹਿ ਲਓ ਵੀ ਇੱਕ ਤਰੀਕੇ ਦਾ ਰਿਵਰ ਦੀ ਗੱਲ ਕਰਦੇ ਆ। ਸਰਸਵਤੀ ਇਹਨਾਂ ਨੇ ਰਿਵਰ ਵੀ ਮੰਨਿਆ ਸੀਗਾ, ਹੈ ਨਾ, ਸਭ ਤੋਂ ਪਵਿੱਤਰ ਰਿਵਰ ਹੀ ਸਰਸਵਤੀ। ਇੱਥੇ ਸਰਸਵਤੀ ਦਾ ਕਿਤੇ ਵੀ ਰਿਲੇਸ਼ਨ ਆਪਾਂ ਕਹਿ ਲਓ ਵੀ ਐਜੂਕੇਸ਼ਨ ਦੇ ਨਾਲ ਨਹੀਂ ਹੈਗਾ ਫਿਲਹਾਲ, ਇਹਦਾ ਰਿਵਰ ਦੇ ਨਾਲ ਆ। ਵੈਦਿਕ ਪੀਰੀਅਡ ਦੇ ਵਿੱਚ, ਰਿਗਵੈਦਿਕ ਪੀਰੀਅਡ ਦੇ ਵਿੱਚ ਜੇ ਪੁੱਛਿਆ ਜਾਵੇ ਵੀ ਸਰਸਵਤੀ ਦਾ ਰਿਲੇਸ਼ਨ ਕਿਸ ਚੀਜ਼ ਦੇ ਨਾਲ, ਤਾਂ ਦੈਨ ਐਜੂਕੇਸ਼ਨ ਆਨਸਰ ਨਹੀਂ ਹੋਊਗਾ, ਤੁਹਾਡਾ ਆਨਸਰ ਹੋਊਗਾ ਰਿਵਰ, ਠੀਕ ਆ। ਤਾਂ ਰਿਵਰ ਦੇ ਨਾਲ ਰਿਲੇਸ਼ਨ ਆ। ਉਸ ਤੋਂ ਬਾਅਦ ਅਰਥ ਦੀ ਵੀ ਪੂਜਾ ਕਰਦੇ, ਪਰ ਦੇਵੀਆਂ ਦੇ ਵਿੱਚੋਂ ਸਭ ਤੋਂ ਪ੍ਰਮੁੱਖ ਸੀਗੀ ਊਸ਼ਾ, ਅਤੇ ਦੇਵਤਿਆਂ ਦੇ ਵਿੱਚੋਂ ਸਭ ਤੋਂ ਪ੍ਰਮੁੱਖ ਸੀਗਾ ਇੰਦਰਾ। ਉਸ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰੀਕੇ ਦੇ ਮੰਦਰ ਵਗੈਰਾ ਸਾਨੂੰ ਨਹੀਂ ਮਿਲਦੇ ਹੈਗੇ, ਕਿਸੇ ਤਰੀਕੇ ਦੀ ਮੂਰਤੀ ਪੂਜਾ ਆ ਜਿਹੜੀ, ਉਹਦੇ ਸਾਨੂੰ ਸਬੂਤ ਨਹੀਂ ਮਿਲਦੇ। ਉਹ ਲੋਕ ਨਾ ਤਾਂ ਮੰਦਰ ਬਣਾਉਣ 'ਚ ਇੰਟਰਸਟਡ ਸੀਗੇ ਅਤੇ ਨਾ ਹੀ ਕਿਸੇ ਤਰੀਕੇ ਦੀ ਮੂਰਤੀ ਪੂਜਾ ਦੇ ਵਿੱਚ ਇੰਟਰਸਟਡ ਸੀਗੇ।
ਉਸ ਤੋਂ ਬਾਅਦ 'ਚੋਂ ਪਿੱਤਰ ਜ਼ਰੂਰ ਪੂਜਦੇ ਸੀਗੇ ਹੈ ਨਾ। ਜਿਵੇਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਆਪਣੇ ਸ਼ਹੀਦ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ ਹੈ ਨਾ, ਕਈ ਲੋਕਾਂ ਦੇ ਸ਼ਹੀਦ ਨੇ, ਜਠੇਰੇ ਕਹਿ ਦਿੱਤੇ ਜਾਂਦੇ ਨੇ ਹੈ ਨਾ, ਆਪਣੇ ਫੋਰਫਾਦਰ, ਜਿਨ੍ਹਾਂ ਦੇ ਵਿੱਚ ਅਸੀਂ ਕਈਆਂ ਪੰਡਤਾਂ ਨੂੰ ਜਾਂ ਸਿੱਖਾਂ ਜਿਹੜੇ ਨੇ ਸਿੰਘਾਂ ਨੂੰ ਬੁਲਾ ਕੇ ਲੰਗਰ ਛਕਾਇਆ ਜਾਂਦਾ ਆ ਹੈ ਨਾ, ਜਾਂ ਕਾਵਾਂ ਨੂੰ ਕੁਛ ਨਾ ਕੁਛ ਖਵਾਇਆ ਜਾਂਦਾ ਆ। ਤਾਂ ਇਹ ਬੇਸਿਕਲੀ ਇਹ ਵੀ ਇਸੇ ਤਰੀਕੇ ਨਾਲ ਕਰਦੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਯਕੀਨ ਰੱਖਦੇ ਸੀਗੇ ਕਿ ਮੌਤ ਤੋਂ ਬਾਅਦ ਵੀ ਇੱਕ ਜੀਵਨ ਹੁੰਦਾ ਆ, ਅਤੇ ਮੇਨਲੀ ਇਹ ਉਸੇ ਜੀਵਨ ਨੂੰ ਸੁਧਾਰਨ ਦੇ ਲਈ ਪਾਠ ਪੂਜਾ ਕਰਦੇ ਸੀਗੇ ਵੀ ਸਾਨੂੰ ਸਵਰਗ ਦੇ ਵਿੱਚ ਜਗ੍ਹਾ ਮਿਲ ਜਾਵੇ। ਉਸ ਤੋਂ ਬਾਅਦ ਮੋਰੈਲਿਟੀ, ਨੈਤਿਕਤਾ ਇਹਨਾਂ ਦੇ ਲਈ ਬਹੁਤ ਜ਼ਰੂਰੀ ਸੀਗੀ। ਠੀਕ ਆ, ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਜਿਵੇਂ ਸੱਚ ਬੋਲੋ, ਧਰਮ ਦੇ ਅਕੋਰਡਿੰਗ ਚੱਲੋ, ਸਾਰਿਆਂ ਦਾ ਆਦਰ ਕਰੋ, ਗਰੀਬ, ਭੁੱਖਾ ਜਾਂ ਬੇਸਹਾਰਾ ਲੋਕ ਨੇ ਜਿਹੜੇ ਹੈ ਨਾ, ਇਹਨਾਂ ਦੀ ਜੋ ਲੋੜਾਂ ਨੇ ਇਹਨਾਂ ਨੂੰ ਪੂਰਾ ਕੀਤਾ ਜਾਵੇ। ਇਹ ਸਾਰੀਆਂ ਚੀਜ਼ਾਂ ਕਰਦੇ ਸੀਗੇ। ਮੋਡ ਆਫ ਵਰਸ਼ਿਪ ਕੀ ਸੀਗਾ? ਹੁਣ ਵਰਸ਼ਿਪ ਕਿਸ ਤਰੀਕੇ ਨਾਲ ਕਰਦੇ ਆ, ਕਿਉਂਕਿ ਮੰਦਰ ਅਤੇ ਟੈਂਪਲ ਤਾਂ ਹੈ ਨਹੀਂ ਗੇ, ਤਾਂ ਦੈਨ ਇਹ ਯੱਗ ਵਗੈਰਾ ਕਰਦੇ ਹੁੰਦੇ ਸੀ। ਯੱਗਾਂ ਦੇ ਵਿੱਚ ਆਹੂਤੀ ਵਗੈਰਾ ਦਿੱਤੀ ਜਾਂਦੀ ਸੀ। ਆਹੂਤੀ ਦੇ ਨਾਮ ਦੇ ਉੱਤੇ ਘਿਓ, ਰਾਈਸ, ਦੁੱਧ, ਸੋਮਰਸ ਵਗੈਰਾ ਉਹ ਦੇਵਤਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਸੀਗਾ। ਅਤੇ ਜਾਨਵਰਾਂ ਦੀ ਬਲੀ ਵਗੈਰਾ ਵੀ ਦਿੱਤੀ ਜਾਂਦੀ ਸੀਗੀ। ਸਮ ਓਕੇਸ਼ਨਲੀ ਸਾਨੂੰ ਇਹ ਪਤਾ ਲੱਗਦਾ ਆ ਕਿ ਇਹਦੇ ਵਿੱਚ ਜਾਨਵਰਾਂ ਦੀ ਨੋਰਮਲੀ ਬਲੀ ਵੀ ਦਿੱਤੀ ਜਾਂਦੀ ਰਹੀ ਆ। ਠੀਕ ਆ, ਤਾਂ ਇਹ ਸੀਗਾ ਸਾਡਾ ਅੱਜ ਦਾ ਟੌਪਿਕ, ਜਿਹਦੇ ਵਿੱਚ ਅਸੀਂ ਰਿਗਵੈਦਿਕ ਸਿਵਲਾਈਜੇਸ਼ਨ ਦੀ ਲਾਈਫ ਦੇ ਹਰ ਇੱਕ ਆਸਪੈਕਟ ਨੂੰ ਸਟੱਡੀ ਕੀਤਾ ਆ। ਆਈ ਹੋਪ ਤੁਹਾਡੇ ਲਈ ਇਹ ਵੀਡੀਓ ਕਾਫੀ ਹੈਲਪਫੁਲ ਰਹੀ ਹੋਵੇਗੀ। ਅਤੇ ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਤਾਂ ਦੈਨ ਇਹਨੂੰ ਅੱਗੇ ਆਪਣੇ ਦੋਸਤਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ, ਅਤੇ ਲਾਈਕ ਦਾ ਬਟਨ ਜ਼ਰੂਰ ਦੱਬ ਦਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਓਨੀ ਦੇਰ ਤੱਕ ਧੰਨਵਾਦ।